ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਜਨਤਾ ਦੀ ਆਵਾਜ਼ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ। ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ, ਵੱਖ-ਵੱਖ ਮਸਲਿਆਂ ਦੇ ਉੱਤੇ ਜਿਹੜੇ ਵੀ ਸਾਨੂੰ ਪ੍ਰਭਾਵਿਤ ਕਰਦੇ ਹਨ, ਜਿਹੜੇ ਕਿ ਜਾਤੀ ਤੌਰ ਤੇ, ਜਮਾਤੀ ਤੌਰ ਤੇ, ਪੰਥਕ ਤੌਰ ਤੇ ਔਰ ਜਿਹੜੇ ਸਾਡੀ ਨਿੱਜੀ ਅਧਿਆਤਮਕ, ਧਾਰਮਿਕ ਔਰ ਪੰਥਕ ਜ਼ਿੰਦਗੀ ਨੂੰ ਕੋਈ ਵੀ ਗੱਲ ਜਿਹੜੀ ਪ੍ਰਭਾਵਿਤ ਕਰਦੀ ਹੈ, ਜਸ ਪੰਜਾਬੀ ਪੂਰੀ ਸ਼ਿੱਦਤ ਦੇ ਨਾਲ ਆਪਣਾ ਫਰਜ਼ ਪਛਾਣਦਿਆਂ ਉਹਨਾਂ ਮਸਲਿਆਂ ਨੂੰ ਆਪ ਤੱਕ ਲੈ ਕੇ ਆਉਂਦੀ ਹੈ। ਆਪ ਦੀਆਂ ਬਰੂਹਾਂ ਤੇ ਲਿਆ ਕੇ, ਆਪ ਦੇ ਵਿਚਾਰ ਲੈ ਕੇ ਉਸ ਦਾ ਕੋਈ ਸਾਰਥਕ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਅੱਜ ਕੋਈ ਐਸਾ ਵਿਸ਼ਾ ਨਹੀਂ, ਕੋਈ ਐਸਾ ਮਸਲਾ ਨਹੀਂ, ਪਰ ਜੋ ਸਾਡੀ ਇੱਕ ਪਰੰਪਰਾ ਹੈ, ਜੋ ਸਾਡੀ ਇੱਕ ਮਹਾਨ ਪਰੰਪਰਾ ਜਿਹੜੀ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਚੱਲੀ ਹੈ, ਉਸ ਪਰੰਪਰਾ ਦੀ ਗੱਲ ਅਸੀਂ ਕਰਨੀ ਹੈ ਔਰ ਉਸ ਦੀ ਮਹੱਤਤਾ ਦੀ ਗੱਲ ਕਰਨੀ ਹੈ। ਉਹ ਪਰੰਪਰਾ ਹੈ ਹੁਕਮਨਾਮੇ ਦੀ ਪਰੰਪਰਾ। ਹੁਕਮ, ਆਦੇਸ਼, ਆਰਡਰ ਉਹ ਤਾਂ ਸਮਝ ਆਉਂਦਾ ਹੈ, ਪਰ ਜਦੋਂ ਇਹੀ ਹੁਕਮ, ਇਹੀ ਆਦੇਸ਼, ਇਹੀ ਸੰਦੇਸ਼, ਇਹ ਪੈਗਾਮ ਜਦੋਂ ਲਿਖਤੀ ਤੌਰ ਦੇ ਉੱਤੇ ਨਾਜ਼ਲ ਹੁੰਦਾ ਹੈ, ਜਦੋਂ ਲਿਖਤੀ ਤੌਰ ਦੇ ਉੱਤੇ ਲਿਖਤ ਦੇ ਰੂਪ ਵਿੱਚ ਜਦੋਂ ਪਹੁੰਚਾਇਆ ਜਾਂਦਾ ਹੈ, ਤਾਂ ਇਹ ਹੁਕਮਨਾਮਾ ਬਣ ਜਾਂਦਾ ਹੈ। ਦਰਅਸਲ ਵਕਤੀ ਹਕੂਮਤਾਂ ਆਪਣੇ ਹੁਕਮ ਜਾਰੀ ਕਰਦੀਆਂ ਸਨ, ਪਰ ਉਹ ਸਾਰੇ ਹੁਕਮ ਇੱਕ ਸੀਮਾਬੰਦ ਹੁੰਦੇ ਸਨ, ਇੱਕ ਸਮਾਬੱਧ ਹੁੰਦੇ ਸਨ। ਉਸ ਬਾਦਸ਼ਾਹ ਦੇ ਚਲੇ ਜਾਣ ਦੇ ਬਾਅਦ ਉਹ ਸਿੱਕਾ ਪੁਰਾਣਾ ਹੋ ਜਾਂਦਾ ਸੀ ਔਰ ਉਸ ਦੀ ਕੋਈ ਅਹਿਮੀਅਤ ਨਹੀਂ ਸੀ ਰਹਿੰਦੀ। ਪਰ ਗੁਰੂ ਸਾਹਿਬ ਔਰ ਉਹਨਾਂ ਦੇ ਬਾਅਦ ਉਹਨਾਂ ਦੇ ਦਿੱਤੇ ਹੋਏ ਹੁਕਮ, ਉਹਨਾਂ ਦੇ ਹੁਕਮਨਾਮੇ ਉਹ ਸਦੀਵੀ ਹਨ, ਨਾ ਤਾਂ ਉਹ ਸਮਾਬੱਧ ਹਨ ਤੇ ਨਾ ਹੀ ਉਹ ਸੀਮਾਬੱਧ ਹਨ। ਇੱਕ ਹੋਰ ਪਰੰਪਰਾ ਜਿਹੜੀ ਕਿ ਬਹੁਤ ਅਹਿਮੀਅਤ ਰੱਖਦੀ ਹੈ, ਹੁਕਮਨਾਮੇ ਦੀ ਇਸ ਪਰੰਪਰਾ ਨੂੰ ਸਦੀਵੀ ਬਣਾਉਣ ਲਈ ਗੁਰੂ ਸਾਹਿਬ ਨੇ ਇੱਕ ਹੋਰ ਸੰਸਥਾ ਦੀ ਈਜਾਦ ਕੀਤੀ। ਦਰਅਸਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਹੁਕਮ ਅਤੇ ਹੁਕਮਨਾਮੇ ਜਾਰੀ ਹੁੰਦੇ ਰਹੇ ਔਰ ਕਈ ਵਾਰ ਉਹ ਹੁਕਮ ਕੇਵਲ ਅਧਿਆਤਮਕ ਤੌਰ ਤੇ ਹੀ ਨਹੀਂ ਸਨ, ਬਲਕਿ ਅਧਿਆਤਮਕਤਾ ਨੂੰ ਪਰਪੱਕ ਕਰਨ ਲਈ ਗੁਰੂ ਸਾਹਿਬ ਨੂੰ ਕਈ ਵਾਰ ਐਸੇ ਹੁਕਮਨਾਮੇ ਵੀ ਜਾਰੀ ਕਰਨੇ ਪਏ ਕਿ ਤੁਸੀਂ ਫਲਾਣੇ ਬੰਦੇ ਨਾਲ ਵਰਤਣਾ ਹੈ ਜਾਂ ਨਹੀਂ ਵਰਤਣਾ ਹੈ। ਦਰਅਸਲ ਐਸੇ ਹੁਕਮ ਦੇ ਵਿੱਚ ਕਿਸੇ ਦੀ ਵਿਰੋਧਤਾ ਨਹੀਂ ਸੀ, ਪਰ ਜੇਕਰ ਇਸ ਨੂੰ ਬਿਲਕੁਲ ਇਸ ਢੰਗ ਨਾਲ ਸਮਝ ਲਿਆ ਜਾਏ ਕਿ ਕਈ ਵਾਰ ਜਿਵੇਂ ਮਾਂ ਬੱਚੇ ਨੂੰ ਕਹਿੰਦੀ ਹੈ ਕਿ ਤੂੰ ਅੱਛੀ ਸੰਗਤ ਰੱਖਿਆ ਕਰ, ਤੂੰ ਭੈੜੀ ਸੰਗਤ ਤੋਂ ਗੁਰੇਜ਼ ਕਰ, ਕਿਉਂਕਿ ਉਸ ਦਾ ਅਸਰ ਤੇਰੇ ਤੇ ਪਏਗਾ। ਸੋ ਭਾਵੇਂ ਉਹ ਗੁਰੂ ਘਰ ਦੀ ਸੰਤਾਨ ਸੀ, ਭਾਵੇਂ ਉਹ ਗੁਰੂ ਦੀ ਆਪਣੀ ਔਲਾਦ ਸੀ, ਭਾਵੇਂ ਉਹ ਗੁਰੂ ਘਰ ਦੇ ਫਰਜ਼ੰਦ ਸਨ, ਪਰ ਉਹਨਾਂ ਬਾਰੇ ਵੀ ਹੁਕਮ ਹੋਏ, ਮੀਣਾ ਹੋਆ ਪ੍ਰਿਥਿਆ ਕਰ ਕਰ ਟੇਡਕ ਬਰਲ ਵਾਲਾ। ਹੁਕਮ ਹੋਏ, ਮੀਣੇ ਮਸੰਦੀਏ ਤੀਰ ਮਲੀਏ ਰਾਮ ਰਾਈਏ ਕੀ ਸੰਗਤ ਨਾ ਬੈਸੋ। ਇਹ ਹਾਲਾ ਗੁਰੂ ਦੀ ਅੰਸ਼ ਸੀ, ਗੁਰੂ ਦੀ ਬੰਸ ਸੀ, ਗੁਰੂ ਦੀ ਸੰਤਾਨ ਸੀ, ਪਰ ਗੁਰੂ ਸਾਹਿਬ ਨੇ ਆਪਣੇ ਅਸੂਲਾਂ ਨੂੰ ਤਰਜੀਹ ਦਿੱਤੀ। ਗੁਰੂ ਸਾਹਿਬ ਨੇ ਉਹਨਾਂ ਨਿਯਮਾਂ ਨੂੰ, ਉਹਨਾਂ ਇਲਾਹੀ ਹੁਕਮਾਂ ਨੂੰ ਤਰਜੀਹ ਦੇ ਕੇ ਦੁਨਿਆਵੀ ਰਿਸ਼ਤਿਆਂ ਨੂੰ ਪਿੱਛੇ ਕਰ ਦਿੱਤਾ। ਨਾ ਕੇਵਲ ਇੱਥੇ ਤੱਕ, ਬਲਕਿ ਗੁਰੂ ਸਾਹਿਬ ਦੇ ਜਿਹੜੇ ਆਪਣੇ ਅਸੂਲ ਦਿੱਤੇ, ਉਹਨਾਂ ਨੂੰ ਪਰਪੱਕ ਕਰਨ ਲਈ ਹਜ਼ੂਰ ਨੇ ਕੌਤਕ ਵੀ ਵਰਤਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਵੇਲੇ ਦਾਦੂ ਦੀ ਕਬਰ ਸਾਹਮਣੇ ਸੀ ਤਾਂ ਨਮਸਤੰਗ ਅਕਾਲੇ ਕਿਹਾ, ਤਾਂ ਉਸ ਵੇਲੇ ਤੀਰ ਦੇ ਨਾਲ ਜਦੋਂ ਸਾਹਿਬਾਂ ਨੇ ਸਲਾਮ ਕੀਤੀ ਤਾਂ ਸਿੰਘਾਂ ਨੇ ਹਜ਼ੂਰ ਦੀ ਬਾਗ ਫੜ ਲਈ, ਘੋੜੇ ਦੀ ਬਾਗ ਫੜ ਲਈ ਔਰ ਕਿਹਾ
कि आपने तो खुद कहा है गौर मणि मठपूल न माने, तो आपने इस कबर दे वल क्यों सजदा किया है। सतगुरु ने कहा मैं कबर वल नहीं किया, पर मैं तो नमस्तंग अकाले कह के मैं सिर झुकाया सी। सिखा ने कहा हो सकता है आप ठीक हो, पर आप दे एक करन नाल एक भुलेखा पिया है, सो इस करके आपनू इसकी भी तनख्वाह लैनी पेगी। दरअसल तनख्वाह लफज उस जमाने दे विच इह सिंह बोली विच लिया गया जदों कि सरकारी मुलाजम तनख्वाह लैंदे सन, सो एक किस्म की सजा सी। पर यह तनख्वाह एक सजा दे नाल नाल बंदे की आत्मक शुद्धता की उच्चतम लई सी, उहदी उचाई वल सी, ताकि उसकी आत्मक पवित्रता नूं कायम रख सके। साहिबा ने वो तनख्वाह कबूल की। जदों फिर सिंघां ने पूछया सतगुरु की यह भी हो सकता है कि गुरु गलती कर जाए, जे गुरु अपुल है करतार अपुल है, फिर आप पासों ये क्यों होया, कि असूल दे विच कमी है या इसका की चोज है। हजूर ने कहा एक कौतक सी ये दसन लई कि गुरु भी जो है वह गुरमत तो थले है, गुरमत गुरु तो भी उत्ते है, गुरमत गुरु के उत्ते भी लागू हुंदी है। इसके अलावा एक होर बहुत अहम नुकता है जिहड़ा ये समझना पवेगा जदों असी हुक्मनामे की परंपरा नूं समझते हाँ, जदों असी समझण की कोशिश करते हाँ, और एक बहुत ही गंभीर कानूनी नुकता है। गुरु साहब दे वेले जो भी हुक्म जारी होए, गुरु साहब उन्होंने कलमबद्ध भी करते रहे, वो नाजल भी करते रहे। पर जेकर कह लिया जाए कि श्री रामचंद्र जी का अगर कोई भी आदेश सी, हज़रत ईसा मसीह का अगर कोई आदेश सी, हज़रत मुहम्मद साहब का कोई आदेश सी, या श्री रामचंद्र का कोई आदेश है, या किसी भी धर्म के मजहब के उन्होंने पैगंबर अवतारां का कोई आदेश है, तो वो कोई दुनिया की ऐसी ताकत नहीं है, उसकी व्याख्या तो कर सकती है पर नवा हुक्म नहीं जारी कर सकती। गुरु साहब तो लैके गुरु गोबिंद सिंह साहब तक, गुरु नानक साहब तो लैके गुरु गोबिंद सिंह साहब तक जोत ओहा जुगत साही सहकाया फेर पलटी दा नियम सी। गुरु साहिबान ने इस परंपरा नूं जारी रखिया, पर जोत और जुगत वही रही, शरीर बदलते गए पर जोत वही सी। साहिब श्री गुरु गोबिंद सिंह जी महाराज ने एक कमाल की, एक वचित्रमयी एक असूल दिता कि जोत दा साहिब श्री गुरु ग्रंथ साहिब विच स्थापित कर दी गई। जुगो जुग अटल और वाहिद इको एक गुरु साहिब श्री गुरु ग्रंथ साहिब जी मुकर्रर हो गए। उन्हां विच अकाल पुरख की वो जोत जिहड़ी गुरु नानक साहब विच आई सी, वो जोत साहिब श्री गुरु ग्रंथ साहिब विच स्थापित हो गई। पर इस जोत नूं जुगत लियाण लई जिहड़ी जुगती गुरु साहिबां दे शरीर विच सी, वो जुगती गुरु खालसे दे गुरु पंथ दे विच विराजमान की गई। एक गुरु ग्रंथ ते गुरु पंथ का एक तसव्वर बिल्कुल नवा सी, इस तो पहले नहीं सी। अज तो बाद गुरु पंथ गुरु ग्रंथ साहिब की ताबिया, गुरु ग्रंथ साहिब के असूलों के तहत वो भी हुक्म जारी कर सकता सी, और उस हुक्मनामे की अहमियत, उस हुक्मनामे की शिद्दत, उस हुक्मनामे की ताकत बिल्कुल उन्नी ही सी कि जिवें ये खुद साहिब गुरु साहिब ने खुद जारी किया होए। ये जिहड़ा नवा असूल दिता गया, जिसने एक ऐसा नियम दे दिता कि कदी भी खालसा पंथ के उन्हां असूलों दे विच, गुरु साहिब के उन्हां असूलों दे विच कदी खड़ोत नहीं आएगी, ये पानी कदी गंदला नहीं होएगा। पर इस दे नाल एक होर बड़ी अहम गल है, एक बहुत ही गंभीर नुकता है। किसी भी मुल्क के रहन वाले बशिंदे उन्हां दे कोल एक कानूनी तौर दे उत्ते, कानून के अनुसार उन्हां दे उत्ते कोई नियम लागू होंदे हैं। उस देश का आइन, कॉन्स्टिट्यूशन
ਜਾਂ ਸੰਵਿਧਾਨ ਉਹਨਾਂ ਦੇ ਉੱਤੇ ਹੁੰਦਾ ਹੈ। ਕੋਈ ਵੀ ਸ਼ਹਿਰੀ, ਕੋਈ ਵੀ ਨਾਗਰਿਕ ਆਪਣੇ ਉਸ ਸੰਵਿਧਾਨ ਤੋਂ, ਆਪਣੇ ਉਹਨਾਂ ਆਈਨ ਤੋਂ, ਕਨਸਟੀਟਿਊਸ਼ਨ ਤੋਂ ਮੁਨਕਰ ਨਹੀਂ ਹੋ ਸਕਦਾ। ਸੋ ਇੱਕ ਇੱਥੇ ਅਜੀਬ ਮਸਲਾ ਖੜਾ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਹੁਕਮ ਜਾਰੀ ਕਰਨ ਦਾ ਹੱਕ ਹੈ। ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਹੁਕਮਨਾਮੇ ਜਾਰੀ ਕਰਨ ਦਾ ਅਧਿਕਾਰ ਹੈ। ਸਿੱਖ ਇੱਕ ਅਜਬ ਦੁਬਿਧਾ ਵਿੱਚ ਹਨ, ਇੱਕ ਅਜਬ ਡਾਇਲੇਮਾ ਹੈ। ਸਿੱਖ ਡਿਊਐਲਿਟੀ ਦੇ ਅੰਡਰ ਰਹਿ ਰਹੇ ਹਨ, ਡਿਊਐਲਿਟੀ ਆਫ ਅਥਾਰਟੀ, ਜਿਹੜੀ ਹੋਰ ਕਿਸੇ ਧਰਮ ਦੇ ਉੱਤੇ ਨਹੀਂ ਹੈ। ਉਹ ਡਿਊਐਲਿਟੀ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਵੀ ਸਿੱਖ ਲਈ ਕੋਈ ਹੁਕਮ ਜਾਰੀ ਕਰ ਸਕਦਾ ਹੈ। ਦੂਸਰੇ ਪਾਸੇ ਸੰਵਿਧਾਨ ਵੀ, ਕਨਸਟੀਟਿਊਸ਼ਨ ਵੀ ਕੋਈ ਆਦੇਸ਼, ਨਿਯਮ ਜਾਰੀ ਕਰ ਸਕਦਾ ਹੈ। ਜੇਕਰ ਕੱਲ ਨੂੰ ਕੋਈ ਐਸੇ ਹਾਲਾਤ ਪੈਦਾ ਹੋ ਜਾਣ ਜਿੱਥੇ ਕਨਸਟੀਟਿਊਸ਼ਨ ਦੇ ਅੰਡਰ ਜਾਰੀ ਹੋਇਆ ਹੁਕਮ ਔਰ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਵਿੱਚ ਟਕਰਾਅ ਹੋਏ, ਤਾਂ ਉਹ ਇੱਕ ਬਹੁਤ ਵੱਡੀ, ਇੱਕ ਅਜਬ ਅਵਸਥਾ ਪੈਦਾ ਕਰ ਸਕਦਾ ਹੈ। ਔਰ ਇਹ ਕਈ ਵਾਰ ਇਸ ਤਰ੍ਹਾਂ ਦੀ ਗੱਲ ਹੁੰਦੇ ਹੁੰਦੇ ਅਖੀਰ ਤੱਕ ਪਹੁੰਚੀ, ਪਰ ਸੂਝਵਾਨ ਐਡਮਿਨਿਸਟ੍ਰੇਸ਼ਨ ਨੇ ਜਾਂ ਸਰਕਾਰ ਨੇ ਉਹ ਮਸਲਾ ਟਲ ਗਿਆ। ਜਿਸ ਵੇਲੇ ਨਕਲੀ ਨਿਰੰਕਾਰੀਆਂ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤਾ ਕਿ ਇਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਹੀਂ ਰੱਖਣੀ, ਤਾਂ ਉਹਨਾਂ ਨੇ ਮੁਕੱਦਮਾ ਦਰਜ ਕੀਤਾ। ਹਾਈ ਕੋਰਟ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਮਨ ਜਾਰੀ ਕੀਤੇ। ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਉਸ ਵੇਲੇ ਜਥੇਦਾਰ ਸਨ। ਉਹਨਾਂ ਨੇ ਉਸ ਸੰਮਨ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਇਹ ਕਿਹਾ ਕਿ ਅਕਾਲ ਤਖਤ ਦੇ ਉੱਤੇ ਕੋਈ ਦੁਨਿਆਵੀ ਅਦਾਲਤ ਲਾਗੂ ਨਹੀਂ ਹੈ। ਬਹੁਤ ਵਿਸਫੋਟਕ ਸਥਿਤੀ ਹੋਈ, ਪਰ ਉਸ ਵੇਲੇ ਕਿਹਾ ਜਾਏ ਕਿ ਐਡਮਿਨਿਸਟ੍ਰੇਸ਼ਨ ਨੇ, ਸਰਕਾਰ ਨੇ ਆਪਣੇ ਢੰਗ ਦੇ ਨਾਲ ਜਾਂ ਕੋਰਟ ਨੇ ਉਹ ਸੰਮਨ ਤਾਮੀਲ ਕਰਨ ਤੋਂ ਵਾਪਸ ਲੈ ਲਏ ਔਰ ਇਹ ਮਸਲਾ ਹੱਲ ਹੋ ਗਿਆ। ਦੂਸਰੀ ਵਾਰ ਐਸੀ ਸਥਿਤੀ ਆਈ ਜਦੋਂ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ, ਜਦੋਂ ਉਹ ਜਥੇਦਾਰ ਦੇ ਉੱਤੇ ਪਦਵੀ ਦੇ ਉੱਤੇ ਸਨ, ਤਾਂ ਉਹਨਾਂ ਦੇ ਉੱਤੇ ਵੀ ਸੁਪਰੀਮ ਕੋਰਟ ਵੱਲੋਂ ਕੋਈ ਨੋਟਿਸ ਜਾਰੀ ਹੋਇਆ। ਬਿਲਕੁਲ ਉਸੇ ਤਰ੍ਹਾਂ ਦੀ ਅਵਸਥਾ ਸੀ, ਪਰ ਉਸ ਵੇਲੇ ਵੀ ਕਿਸੇ ਤਰੀਕੇ ਦੇ ਨਾਲ ਕਹਿ ਲਿਆ ਜਾਏ ਕਿ ਸੂਝਵਾਨ ਅੰਸਰ ਦੇ ਉਹਨਾਂ ਦੇ ਦਖਲ ਅੰਦਾਜ਼ੀ ਦੇ ਨਾਲ ਇਹ ਮਸਲਾ ਫਿਰ ਹੱਲ ਹੋ ਗਿਆ। ਪਰ ਕਹਿਣ ਦਾ ਭਾਵ, ਕਿਉਂਕਿ ਇਹ ਆਵਾਜ਼ ਜਸ ਪੰਜਾਬੀ ਅਦਾਰੇ ਦੇ ਰਾਹੀਂ ਸਾਡੇ ਪੰਥਕ ਆਗੂਆਂ ਨੂੰ, ਸਾਡੇ ਐਡਮਿਨਿਸਟ੍ਰੇਸ਼ਨ ਨੂੰ, ਸਾਡੇ ਹਾਕਮਾਂ ਤੱਕ ਇਹ ਆਵਾਜ਼ ਜਾਣੀ ਚਾਹੀਦੀ ਹੈ ਕਿ ਇਹ ਸੋਚਣਾ ਚਾਹੀਦਾ ਹੈ ਕਿ ਸਿੱਖ ਇੱਕ ਡਿਊਐਲਿਟੀ ਦੇ ਅੰਡਰ ਰਹਿ ਰਹੇ ਹਨ, ਡਿਊਐਲਿਟੀ ਆਫ ਅਥਾਰਟੀ ਦੇ ਅੰਡਰ ਰਹਿ ਰਹੇ ਹਨ। ਸੋ ਜੇਕਰ ਕੋਈ ਐਸਾ ਕਾਨੂੰਨੀ ਸੰਵਿਧਾਨਕ ਢਾਂਚਾ ਬਫਰ ਨਹੀਂ ਬਣਦਾ ਕਿ ਜੇਕਰ ਦੋਨਾਂ ਦੇ ਵਿੱਚ ਕਦੀ ਵੀ ਐਸੀ ਅਵਸਥਾ ਆ ਜਾਏ ਕਿ ਉਹ ਟਕਰਾਅ ਦੀ ਹਾਲਤ ਬਣੇ, ਤਾਂ ਉਸ ਨੂੰ ਨਜਿੱਠਣ ਲਈ ਕੋਈ ਨਾ ਕੋਈ ਕਾਨੂੰਨੀ ਤੌਰ ਦੇ ਉੱਤੇ, ਸੰਵਿਧਾਨਕ ਤੌਰ ਦੇ ਉੱਤੇ ਇਹ ਕੋਈ ਬਫਰ ਬਣਾਉਣ ਦੀ ਲੋੜ ਹੈ। ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਹਨ, ਅਗਰ ਇਹ ਨਾ ਹੋਇਆ, ਹੁਣੇ ਜਿਹੀ ਵੀ ਪਿੱਛੇ ਜਿਹੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਪੋਕਸਮੈਨ ਅਖਬਾਰ ਔਰ ਜੋਗਿੰਦਰ ਸਿੰਘ ਦੇ ਖਿਲਾਫ ਹੁਕਮਨਾਮਾ ਜਾਰੀ ਹੋਇਆ। ਸਪੋਕਸਮੈਨ ਨੇ ਵੀ ਪੰਜਾਬ ਦੀ, ਚੰਡੀਗੜ੍ਹ ਦੀ ਕਿਸੇ ਅਦਾਲਤ ਵਿੱਚ ਇਹ ਮੁਕੱਦਮਾ ਦਰਜ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ, ਤਾਂ ਉੱਥੇ ਵੀ ਇਹ ਹੋਇਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਮਨ ਜਾਰੀ ਕਰੇਗੀ ਅਦਾਲਤ। ਪਰ ਫਿਰ ਜਿਵੇਂ ਹੁੰਦਾ ਹੈ, ਉਸ ਵੇਲੇ ਵੀ ਇਹ ਗੱਲ ਔਰ ਕਹੀ ਗਈ, ਕੋਰਟ ਨੂੰ ਬੜੀ ਸਖਤ ਲਫ਼ਜ਼ਾਂ ਵਿੱਚ ਕਹੀ ਗਈ, ਮਾਨਯੋਗ ਜੱਜ ਸਾਹਿਬ, ਇਹ ਅਕਾਲ ਦੀ ਅਦਾਲਤ ਹੈ, ਤੁਹਾਡੀ ਅਦਾਲਤ ਨਹੀਂ। ਤਾਂ ਉਸ ਵੇਲੇ ਵੀ ਇਹ ਮਸਲਾ ਨਜਿੱਠਿਆ ਗਿਆ। ਸੋ ਇੱਕ ਤਾਂ ਸਾਨੂੰ ਉਹਨਾਂ ਅਕਾਲ ਤਖਤ ਸਾਹਿਬ ਦੇ ਉਹਨਾਂ ਹੁਕਮਨਾਮਿਆਂ, ਉਹਨਾਂ ਆਦੇਸ਼ਾਂ ਨੂੰ ਸਮਝਣ ਦੀ ਲੋੜ ਹੈ। ਇਹ ਅਕਾਲ ਦੇ ਹੁਕਮ ਹਨ, ਅਕਾਲ ਦੇ ਤਖਤ ਦੇ ਬਣਾਏ ਹੋਏ ਹੁਕਮ ਹਨ, ਅਕਾਲ ਪੁਰਖ ਦੇ ਹੁਕਮ ਹਨ।
ਦੁਨਿਆਵੀ ਤੌਰ ਦੇ ਉੱਤੇ ਨਾ ਸਮਝਿਆ ਜਾਏ ਕਿ ਉਹਨਾਂ ਦੇ ਉੱਤੇ ਬੈਠੇ ਹੋਏ ਕਿਸੇ ਵਿਅਕਤੀ ਦੇ ਹੁਕਮ ਹਨ। ਸੋ ਇਹਨਾਂ ਦੀ ਮਹੱਤਤਾ, ਇਹਨਾਂ ਦੀ ਇੰਪੋਰਟੈਂਸ ਜਿਹੜੇ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋਏ, ਅਸੀਂ ਉਹਨਾਂ ਨੂੰ ਬੜੀ ਤੇਜ਼ੀ ਦੇ ਨਾਲ ਕੁਝ ਹੁਕਮਨਾਮਿਆਂ ਦੇ ਜਿਹੜੇ ਗੁਰੂ ਸਾਹਿਬ ਦੇ ਹਨ ਉਹਨਾਂ ਦੇ ਵੱਲ ਨਜ਼ਰ ਮਾਰ ਕੇ ਤੇ ਅਸੀਂ ਫਿਰ ਆਪ ਦੀਆਂ ਕਾਲਸ ਵੀ ਲਵਾਂਗੇ, ਕਿਉਂਕਿ ਇਸ ਵਿਸ਼ਾ ਬਹੁਤ ਅਹਿਮ ਵੀ ਹੈ ਔਰ ਸਾਡੇ ਵਰਤਮਾਨ ਨੂੰ ਹੀ ਨਹੀਂ, ਸਾਡੇ ਭਵਿੱਖ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਔਰ ਇਸ ਕਰਕੇ ਇਸ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ, ਖਾਸ ਕਰਕੇ ਸਾਡੇ ਪੰਥਕ ਆਗੂਆਂ ਨੂੰ ਔਰ ਦੇਸ਼ ਦੇ ਹਾਕਮਾਂ ਨੂੰ, ਤਾਂ ਕਿ ਇਸ ਦਾ ਕੋਈ ਨਾ ਕੋਈ ਨਿਰਣਾਇਕ ਔਰ ਤਸੱਲੀ ਬਖਸ਼ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਅਸੀਂ ਆਪ ਨਾਲ ਫਿਰ ਰੂਬਰੂ ਹੋਵਾਂਗੇ। ਸੋ ਆਪ ਸੂਝਵਾਨ ਦਰਸ਼ਕਾਂ ਦਾ ਇਸ ਪ੍ਰੋਗਰਾਮ ਵਿੱਚ ਮੁੜ ਨਿੱਘਾ ਸਵਾਗਤ ਹੈ। ਬਾਕਾਇਦਾ ਤੌਰ ਦੇ ਉੱਤੇ ਹੁਕਮਨਾਮੇ ਜਾਰੀ ਕਰਨ ਦੀ ਪਰੰਪਰਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੁੰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੇ ਉਸ ਸੰਕਲਪ ਨੂੰ ਸੰਪੂਰਨਤਾ ਬਖਸ਼ੀ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹਾ ਗਿਆ, ਬਾਬਰ ਵੱਲੋਂ ਮੈਂ ਮੀਰੇ ਮੁਲਕ ਰਵਾਂ, ਤੁਸੀਂ ਪੀਰੇ ਮੁਲਕ ਰਹੋ। ਸਤਿਗੁਰੂ ਨੇ ਕਿਹਾ ਇਹ ਮੀਰੀ ਔਰ ਪੀਰੀ ਦੋਨੋਂ ਗੁਰੂ ਘਰ ਦੇ ਵਿੱਚ ਹੀ ਰਹੇਗੀ। ਸੋ ਅਸੀਂ ਕੁਝ ਤਸਵੀਰਾਂ ਦੇ ਰਾਹੀਂ ਉਸ ਇਤਿਹਾਸ ਦੇ ਉੱਤੇ ਇੱਕ ਝਾਤ ਮਾਰੀਏ। ਸਭ ਤੋਂ ਪਹਿਲੀ ਤਸਵੀਰ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਤਸਵੀਰ ਹੈ, ਮੀਰੀ ਪੀਰੀ ਦੇ ਉਸ ਪਾਵਨ ਸਥਾਨ ਦੀ ਤਸਵੀਰ ਹੈ, ਔਰ ਜਿਸ ਨੂੰ ਮੁੱਖ ਤੌਰ ਦੇ ਉੱਤੇ ਜਿਸ ਦੇ ਲਈ ਕਹਿ ਲਿਆ ਜਾਏ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ, ਔਰ ਨਾਲ ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਜੀ ਨੇ ਇਸ ਦੀ ਹੱਥੀਂ ਸੇਵਾ ਕੀਤੀ। ਕੋਈ ਮਜ਼ਦੂਰ ਇਸ ਦੇ ਵਿੱਚ ਨਹੀਂ ਲਾਏ ਗਏ। ਔਰ ਜਦੋਂ ਹਕੂਮਤ ਵੱਲੋਂ ਵੀ ਇਸ ਸਥਾਨ ਲਈ ਮਾਇਆ ਦੀ ਕਿਹਾ ਗਿਆ ਤਾਂ ਹਜ਼ੂਰ ਨੇ ਕਿਹਾ ਇਹ ਅਕਾਲ ਦਾ ਤਖਤ ਹੈ, ਅਕਾਲ ਦੇ ਬੰਦੇ ਹੀ ਬਣਾਉਣਗੇ। ਪਰ ਇਸ ਅਕਾਲ ਤਖਤ ਸਾਹਿਬ ਦੇ ਜੋ ਸੇਵਾ ਜਿਨ੍ਹਾਂ ਨੇ ਨਿਭਾਈ ਔਰ ਜਿਨ੍ਹਾਂ ਨੇ ਕਮਾਲ ਦੀ ਸੇਵਾ ਕੀਤੀ, ਉਹ ਸਨ ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਦੀ ਇੱਕ ਤਸਵੀਰ ਆਪ ਅੱਗੇ ਵੇਖ ਰਹੇ ਹੋ। ਅਕਾਲੀ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਇਹਦੀ ਸੇਵਾ ਕੀਤੀ, ਔਰ ਇਹਨਾਂ ਤੋਂ ਬਾਅਦ ਅਗਲੀ ਤਸਵੀਰ ਅਕਾਲੀ ਫੂਲਾ ਸਿੰਘ ਜੀ ਦੀ ਹੈ। ਅਕਾਲੀ ਫੂਲਾ ਸਿੰਘ ਦੇ ਬਾਰੇ ਉਹ ਗਾਥਾ ਸਰਬ ਮਸ਼ਹੂਰ ਹੈ ਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਰੜੇ ਲਗਾਏ ਔਰ ਕੋਰੜੇ ਲਗਾਉਣ ਦੀ ਸਜ਼ਾ ਦਿੱਤੀ, ਤਾਂ ਮਹਾਰਾਜਾ ਸਾਹਿਬ ਨੇ ਉਹ ਜੋ ਸਜ਼ਾ ਸੀ, ਜੋ ਤਨਖਾਹ ਸੀ, ਉਹ ਪ੍ਰਵਾਨ ਕੀਤੀ। ਤਾਂ ਬਾਬਾ ਜੀ ਨੇ ਕਿਹਾ ਕਿ ਇਹਨਾਂ ਨੂੰ ਹੁਣ ਛੱਡ ਦਿੱਤਾ ਜਾਏ। ਮੁੱਖ ਤੌਰ ਦੇ ਉੱਤੇ ਗੁਰੂ ਸਾਹਿਬ ਦੀ ਇਸ ਮੀਰੀ ਪੀਰੀ ਦੇ ਸਥਾਨ ਦੀ ਜੋ ਪਰੰਪਰਾ ਹੈ ਉਸ ਨੂੰ ਪ੍ਰਵਾਨ ਕਰਨਾ, ਉਸ ਦੇ ਆਦੇਸ਼ਾਂ ਦੇ ਉੱਤੇ ਸਿਰ ਝੁਕਾਉਣਾ, ਇਹ ਫਰਜ਼ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਅਹੁਦੇ ਦੇ ਉੱਤੇ ਹੁੰਦਿਆਂ ਵੀ ਕਬੂਲ ਕੀਤਾ। ਅਗਲੀ ਤਸਵੀਰ ਉਹ ਮੋਰਾਂ ਦੀ ਉਹ ਤਸਵੀਰ ਸੀ ਜਿਸ ਦੇ ਕਰਕੇ ਗੁਰੂ ਜਿਹੜੇ ਬਾਬਾ ਫੂਲਾ ਸਿੰਘ ਨੂੰ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦੇਣੀ ਪਈ। ਇਸ ਤੋਂ ਬਾਅਦ ਅਸੀਂ ਆਪ ਨੂੰ ਕੁਝ ਹੁਕਮਨਾਮਿਆਂ ਦੇ ਬਹੁਤ ਤੇਜ਼ੀ ਦੇ ਨਾਲ ਦਰਸ਼ਨ ਕਰਾਵਾਂਗੇ। ਜਿਹੜੇ ਸਭ ਤੋਂ ਪਹਿਲੇ ਇਸ ਤੋਂ ਅਗਲਾ ਹੁਕਮਨਾਮਾ ਹੈ ਉਹ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਇਸ ਤੋਂ ਅਗਲਾ ਹੁਕਮਨਾਮਾ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ, ਔਰ ਇਸ ਤੋਂ ਬਾਅਦ ਦਾ ਹੁਕਮਨਾਮਾ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ, ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਸਰਬਤ ਸੰਗਤ ਕਾਬਲ ਗੁਰੂ ਰੱਖੇਗਾ, ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਔਰ ਇਸ ਦੇ ਵਿੱਚ ਹਜ਼ੂਰ ਨੇ ਹੁਕਮ ਕੀਤਾ ਕੇਸਾਂ ਦੀ ਸੰਭਾਲ ਕਰਨ ਦੀ ਔਰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਨ ਦੀ। ਇਹ ਜਿਹੜੀ ਗੱਲ ਇਸ ਹੁਕਮਨਾਮੇ ਦੇ ਵਿੱਚ ਕਹੀ ਗਈ। ਇਸ ਤੋਂ ਬਾਅਦ ਅਗਲਾ ਜੋ ਹੁਕਮਨਾਮਾ ਹੈ ਇਹ ਪਾਤਸ਼ਾਹੀ 10ਵੀਂ ਦਾ ਹੈ, ਔਰ ਇਹਨਾਂ ਤੋਂ ਬਾਅਦ ਜਿਹੜਾ ਅਗਲਾ ਹੁਕਮਨਾਮਾ ਹੈ ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਹੁਕਮਨਾਮਾ ਹੈ ਪਟਨ ਦੀ ਸੰਗਤ ਦੇ ਨਾਂ ਦੇ ਉੱਤੇ। ਇਸ ਤੋਂ ਅਗਲਾ ਹੁਕਮਨਾਮਾ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੈ, ਔਰ ਜਿਹੜਾ ਇਹ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਦਾ ਕਿਤਨਾ ਖਿਆਲ ਸੀ ਕਿ ਉਹਨਾਂ ਦਾ ਇੱਕ ਘੋੜਾ ਸੀ
ਜਿਹੜਾ ਕਿ ਬਨਾਰਸ ਦੇ ਵਿੱਚ ਜਦੋਂ ਗੁਰੂ ਸਾਹਿਬ ਸਨ ਤਾਂ ਉਹ ਬਿਮਾਰ ਹੋ ਗਿਆ। ਤਾਂ ਹਜ਼ੂਰ ਨੇ ਜਦੋਂ ਉੱਥੋਂ ਚਲੇ ਗਏ, ਉਹਨਾਂ ਨੇ ਬਨਾਰਸ ਦੀ ਸੰਗਤ ਨੂੰ ਉਚੇਚੇ ਤੌਰ ਦੇ ਉੱਤੇ ਹੁਕਮਨਾਮਾ ਜਾਰੀ ਕੀਤਾ, ਸਿਰੀਧਰ ਦਾ ਖਾਸ ਖਿਆਲ ਰੱਖਣਾ। ਇਸ ਤੋਂ ਬਾਅਦ ਜਿਹੜੇ ਹੁਕਮਨਾਮੇ ਹਨ ਉਹ ਗੁਰੂ ਸਾਹਿਬਾਨ ਦੇ ਉਹ ਹੁਕਮਨਾਮੇ, ਜਿਹੜਾ ਅਗਲਾ ਹੁਕਮਨਾਮਾ ਹੈ ਇਹ ਪਟਨੇ ਦੀ ਸੰਗਤ ਦੇ ਨਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ, ਔਰ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਕਬੀਲਾ ਅਸੀਂ ਪਟਨੇ ਛੱਡਿਆ ਹੈ, ਤੁਸੀਂ ਹਵੇਲੀ ਵੱਡੀ ਲੈਣੀ ਔਰ ਹਵਾਦਾਰ ਹੋਏ। ਇਸ ਤੋਂ ਬਾਅਦ ਅਸੀਂ ਗੱਲ ਕਰਨੀ ਚਾਹਾਂਗੇ ਮੌਜੂਦਾ ਦੌਰ ਦੀ। ਮੌਜੂਦਾ ਦੌਰ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਨੇ ਆਪਣਾ ਫਰਜ਼ ਪੂਰਾ ਕੀਤਾ। ਕੋਈ ਵੀ ਅਥਾਰਟੀ ਭਾਵੇਂ ਕਿਤਨੀ ਵੀ ਵੱਡੀ ਕਿਉਂ ਨਾ ਹੋਏ, ਉਹ ਅਕਾਲ ਤਖਤ ਸਾਹਿਬ ਤੋਂ ਮੁਨਕਰ ਨਹੀਂ ਹੋ ਸਕੀ। ਚਾਹੇ ਉਹ ਕੋਈ ਰਾਸ਼ਟਰਪਤੀ ਹੋਏ, ਭਾਵੇਂ ਉਹ ਕੋਈ ਮੁੱਖ ਮੰਤਰੀ ਹੋਏ, ਜਾਂ ਕਿਸੇ ਅਕਾਲੀ ਦਲ ਦਾ ਵੱਡੇ ਤੋਂ ਵੱਡਾ ਲੀਡਰ ਹੋਏ, ਭਾਵੇਂ ਕੋਈ ਧਾਰਮਿਕ ਹੋਏ, ਸਿਆਸੀ ਹੋਏ, ਕਿਸੇ ਦੀ ਜ਼ਰੂਰਤ ਨਹੀਂ ਹੋਈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ, ਉਹਦੇ ਹੁਕਮਾਂ ਨੂੰ ਉਹ ਰੱਦ ਕਰ ਸਕੇ। ਔਰ ਜੇਕਰ ਕਹਿ ਲਿਆ ਜਾਏ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹਰ ਸਿੱਖ ਦੇ ਉੱਤੇ ਲਾਗੂ ਹੈ, ਔਰ ਜੇਕਰ ਇਹ ਕਹਿ ਲਿਆ ਜਾਏ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦਾ, ਉਹਦੇ ਹੁਕਮਨਾਮੇ ਨੂੰ ਨਹੀਂ ਮੰਨਦਾ, ਤਾਂ ਉਹ ਸਿੱਖ ਹੀ ਨਹੀਂ ਹੈ। ਸੋ ਇਹ ਮੁੱਢਲਾ ਜਿਹਾ ਅਸੂਲ ਹੈ। ਔਰ ਜਿਹੜੀ ਤਸਵੀਰ ਅਸੀਂ ਆਪ ਨੂੰ 21 ਨੰਬਰ ਦਿਖਾਉਣਾ ਚਾਹਾਂਗੇ, 21 ਨੰਬਰ ਤਸਵੀਰ ਦੇ ਵਿੱਚ ਆਪ ਜਿਵੇਂ ਵੇਖ ਰਹੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਸ ਵੇਲੇ ਦੇ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੋ ਜਥੇਦਾਰ ਸਨ, ਉਹਨਾਂ ਨੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਗਲੇ ਵਿੱਚ ਤਖਤੀ ਪਾ ਕੇ ਕਿ ਮੈਂ ਦੋਸ਼ੀ ਹਾਂ, ਉਹਨੂੰ ਸਜ਼ਾ ਦਿੱਤੀ। ਪਰ ਸੁਰਜੀਤ ਸਿੰਘ ਬਰਨਾਲਾ ਨੇ ਵੀ ਇੱਕ ਨਿਮਾਣੇ ਸਿੱਖ ਦੇ ਤੌਰ ਦੇ ਉੱਤੇ ਇਹ ਦੱਸ ਦਿੱਤਾ ਕਿ ਸਿੱਖ ਦਾ ਕੀ ਫਰਜ਼ ਹੈ ਗੁਰੂ ਦੇ ਉਸ ਸਥਾਨ ਤੇ, ਗੁਰੂ ਦੇ ਉਸ ਹੁਕਮਨਾਮੇ ਪ੍ਰਤੀ। ਅਗਲੀ ਤਸਵੀਰ ਵਿੱਚ ਇੱਕ ਹੋਰ ਤਾਕਤਵਰ ਹਸਤੀ ਜਿਹੜੀ ਕਿ ਆਪ ਦੇਖ ਰਹੇ ਹੋ, ਬੂਟਾ ਸਿੰਘ, ਉਹਨਾਂ ਨੂੰ ਵੀ ਗਲੇ ਦੇ ਵਿੱਚ ਤਖਤੀ ਪਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਕੀਤਾ ਗਿਆ। ਇਹਨਾਂ ਤੋਂ ਅਗਲੀ ਤਸਵੀਰ ਵਿੱਚ ਜੋ ਹੈ ਰਛਪਾਲ ਸਿੰਘ, ਇਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਦਿੱਤੀ ਗਈ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਜੋ ਜਥੇਦਾਰ ਰਛਪਾਲ ਸਿੰਘ ਨੂੰ ਔਰ ਸੁਰਜੀਤ ਸਿੰਘ ਬਰਨਾਲਾ ਨੂੰ ਇਸ ਕਰਕੇ ਸਜ਼ਾ ਦਿੱਤੀ ਗਈ ਕਿ ਉਹਨਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਇਸਤੀਫਾ ਕਿਉਂ ਨਹੀਂ ਦਿੱਤਾ। ਨਾ ਕੇਵਲ ਕੋਈ ਧਾਰਮਿਕ ਜਾਂ ਦੂਸਰੇ ਜਾਂ ਰਾਜਨੀਤਿਕ, ਇਹਨਾਂ ਤੋਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਕਿ ਇੱਕ ਸਾਹਿਤਕਾਰ ਜਾਂ ਵਿਦਵਾਨ, ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਪਸ਼ੌਰਾ ਸਿੰਘ ਨੂੰ ਸਜ਼ਾ ਲਾਈ ਗਈ। ਔਰ ਜਿਸ ਵੇਲੇ 1984 ਦੇ ਉਸ ਦੁਖਾਂਤ ਦੇ ਬਾਅਦ, ਕੱਲੂਕਾਰੇ ਦੇ ਬਾਅਦ ਜਦੋਂ ਹੁਕਮਨਾਮੇ ਜਾਰੀ ਹੋਏ, ਤਾਂ ਉਸ ਵੇਲੇ ਕਈਆਂ ਨੇ ਇਤਰਾਜ਼ ਕੀਤਾ। ਉਸ ਵੇਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਅਕਾਲ ਤਖਤ ਤੋਂ ਹੁਕਮਨਾਮੇ ਕਿਉਂ ਜਾਰੀ ਹੋ ਰਹੇ ਹਨ। ਤਾਂ ਉਸ ਵੇਲੇ ਕਾਕ ਇੱਕ ਵਿਅੰਗਕਾਰ ਸੀ, ਉਸਨੇ ਇੱਕ ਕਾਰਟੂਨ ਬਣਾਇਆ ਜੋ ਕਾਫੀ ਅਮਿਊਜ਼ਿੰਗ ਸੀ। ਉਹ ਅਗਲੀ ਤਸਵੀਰ ਦੇ ਵਿੱਚ ਹੈ। ਉਸ ਕਾਰਟੂਨ ਵਿੱਚ ਉਸਨੇ ਲਿਖਿਆ, ਦੇਖਾ ਤਖਤ ਕੇ ਜਲਵੇ, ਬੜੀ ਬੜੀ ਕੁਰਸੀਆਂ ਲੜਖੜਾਣੇ ਲੱਗਤੀ ਹੈ। ਤੇ ਨਾਲ ਹੀ ਉਸਨੇ ਇੱਕ ਹੋਰ ਕਾਰਟੂਨ ਕੱਢਿਆ ਕਿ ਅਗਰ ਤਖਤ ਦੇ ਉੱਤੇ ਬੈਠਾ ਵਿਅਕਤੀ, ਤਖਤ ਦੇ ਉੱਤੇ ਬੈਠਾ ਜਥੇਦਾਰ ਹੁਕਮਨਾਮੇ ਨਹੀਂ ਜਾਰੀ ਕਰੇਗਾ ਤਾਂ ਕਿ ਮੇਰੀ ਤਰ੍ਹਾਂ ਤੁਹਾਨੂੰ ਲਤੀਫੇ ਸੁਣਾਏਗਾ। ਅਕਾਲ ਤਖਤ ਦੇ ਉੱਤੇ ਬਿਰਾਜਮਾਨ ਜਥੇਦਾਰ ਨੇ ਤਖਤ ਦੇ ਉੱਤੇ ਰਹਿ ਕੇ ਉਹ ਤਖਤ ਦੀ ਗੱਲ ਕਰਨੀ ਹੈ। ਪਰ ਇਸ ਦੇ ਨਾਲ ਹੀ ਇਹ ਵੀ ਇੱਕ ਸਮਝਣਾ ਪਏਗਾ, ਜੇ ਕਿਸੇ ਕੋਲ ਤਾਕਤ ਆ ਜਾਏ, ਜੇ ਕਿਸੇ ਕੋਲ ਸ਼ਕਤੀ ਆ ਜਾਏ, ਤਾਂ ਸ਼ਕਤੀ ਦੇ ਨਾਲ ਵੱਡਾ ਨਹੀਂ ਹੋਏਗਾ, ਉਸ ਦੇ ਸਹੀ ਇਸਤੇਮਾਲ ਦੀ ਵੀ ਲੋੜ ਹੋਏਗੀ। ਇੱਕ ਹੋਰ ਭੁਲੇਖਾ ਬੜਾ ਵੱਡਾ ਪਾਇਆ ਜਾਂਦਾ ਹੈ ਕਿ ਅਰੂੜ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ, ਉਸਨੇ ਉਸ ਨੂੰ ਮਿਸਯੂਜ਼ ਕੀਤਾ। ਦਰਅਸਲ ਇਤਿਹਾਸਕ ਤੌਰ ਤੇ ਇਹ ਗੱਲ ਸਹੀ ਨਹੀਂ ਹੈ। ਅਰੂੜ ਸਿੰਘ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਸੀ, ਸਰਬਰਾਹ ਸੀ, ਮੈਨੇਜਰ ਸੀ, ਹਰਮੰਦਰ ਸਾਹਿਬ ਦਾ ਮੈਨੇਜਰ ਸੀ। ਔਰ ਉਸ ਹੈਸੀਅਤ ਵਿੱਚ ਉਸਨੇ ਡਾਇਰ ਨੂੰ ਸਿਰੋਂ ਪਾ ਦਿੱਤਾ ਸੀ। ਪਰ ਅਕਾਲ ਤਖਤ ਸਾਹਿਬ ਦੀ ਹੋਂਦ, ਹਸਤੀ, ਉਸ ਦੇ ਉੱਤੇ ਜਿਤਨੇ ਵੀ ਹੁਕਮਨਾਮੇ ਜਾਰੀ ਹੋਏ ਹਨ,
उस समय तो लैके अज तक श्रोमणी गुरुद्वारा प्रबंधक कमेटी ने वो सारे दे सारे पुस्तक रूप दे विच वो जारी किए हैं। और न केवल राजनीतिक धार्मिक और निजी व्यक्तियों नूं, बल्कि बहुत वड्डी गल है कि मास्टर तारा सिंह जो उस वेले अकाली दल के सर्वे सर्वा सन, श्रोमणी कमेटी के कई बार प्रधान रह चुके सन, उन्हां दे वर तोड़न करके उन्हां नूं और उन्हां दी पूरी जिहड़ी सारी दी सारी वर्किंग कमेटी सी श्रोमणी अकाली दल नूं, पूरी वर्किंग कमेटी नूं तनख्वाह लगी। पर बजुर्ग अवस्था दे विच मास्टर तारा सिंह जी ने भी एक बतौरे सिख दे, हालांकि वो श्रोमणी गुरुद्वारा प्रबंधक कमेटी के उत्ते प्रधान सन पर उस वेले काबिज सन, पर उन्होंने उस गल नूं नहीं महसूस करदियां श्री हरमंदिर साहब दे विच जोड़ियां की सेवा की और बर्तन मांजण की सेवा की, जिवें अगली तस्वीर विच आप वेख रहे हो। इस दे नाल ही अगली तस्वीर विच भाई साहब भाई रणधीर सिंह जी नूं श्री अकाल तख्त साहब वालों प्रशंसा पत्र भी मिलिया। पर जिहड़ा इस पिछली सदी के आरंभ दे विच पहला जिहड़ा अगला हुक्मनामा है, अगली तस्वीर दे विच बाबू तेजा सिंह पसौड़ नूं दसम बाणी दे उत्ते साहिब श्री गुरु गोबिंद सिंह साहब की बाणी दे उत्ते किंतु परंतु करन करके उन्हां दे खिलाफ हुक्मनामा जारी होया। इस दे बाद अगली तस्वीर विच पिछली 78 दे विच 1978 विच 2 हुक्मनामे जारी होए। पहला हुक्मनामा निरंकारियों के खिलाफ, दूसरा ये हुक्मनामा सी भाग सिंह अंबाले वाले के खिलाफ कि इन्हों ने बेनती चौपई और वार श्री भगौती जी की, जिसनों अकाल तख्त साहब ने सिख पंथ के मुढ़ किया, इन्हों के उत्ते इन्हों के खिलाफ लिखण करके हुक्मनामा जारी किया। पर भाग सिंह वो श्री अकाल तख्त साहब से खुद पेश होए और उन्होंने ये कहा कि मैं तनखाइया होकर नहीं मरना चाहता। वो जिहड़ी उन्हां दी माफ़ी सी वो अगली तस्वीर विच आप वेख रहे हो। सो ये कुछ हुक्मनामे हैं जिहड़े कि श्री अकाल तख्त साहब तो जारी होए। लिस्ट बहुत लंबी है, काफ़ी लंबी फहरिस्त है, पर असी आस करते हाँ कि बतौरे सिख दे असी उस फर्ज नूं पूरा करिए। आम तौर के उत्ते कई बार जदों किसी बंदे दे उत्ते उसनूं सूट ना करे तो वह इल्ज़ाम लगा दिंदा है, जो मर्जी दोष लगा दिंदा है। पर यह एक सच्चाई है कि जिस भी बंदे नूं नहीं गल सूट करती कि यह जी RSS का काम है, श्री अकाल तख्त साहब तो RSS के अगेंस्ट हुक्मनामे जारी होए। एक नहीं, 2 नहीं, 3 हुक्मनामे जारी होए। और फिर RSS वालों, राष्ट्रीय सिख संगत वालों अकाल तख्त साहब के नां दे उत्ते जाली चिट्ठी जारी करके ये कहा गया कि अकाल तख्त साहब ने सानू माफ़ कर दिता है। पर अकाल तख्त साहब वालों फिर आप वेखोगे कि उन्होंने एक चिट्ठी जारी की, श्री अकाल तख्त साहब वालों वो चिट्ठी जारी करके संत सिपाही नूं आप 39 नंबर चिट्ठी दे विच देखोगे, 40 नंबर कि वो संत सिपाही नूं श्री अकाल तख्त साहब वालों जारी की कि आपने RSS वालों कीते गए अकाल तख्त साहब के खिलाफ इस फ्रॉड नूं नंगिया कीता है। सो ये सारी जिहड़ी इबारत है अकाल तख्त साहब के हुक्मनामे दी, उहदी परंपरा दी और उहदे नाल जुड़े हुए इन्हां चंद क सवालों की असी समर्पित होना है। गुरु साहब के हुक्म अज भी उस हुक्मनामे के रूप में साडे सामने हैं। असी अरदास करिए। इस्लाम दे विच एक बहुत सोहनी अरदास है, एक दुआ है, ऐ खुदा तू मुहम्मद नूं ओ अता फरमा, ओ बख्शिश कर कि जिसका तू वादा किया है ताकि वह पूरा कर सके। असी भी सधारण सिख सतगुरु श्री गुरु हरगोबिंद साहब नूं उस कलगीधर पिता नूं अरदास कर सकते हाँ, हे सतगुर सच्चे पातशाह तू साडे सिंह साहिबान नूं, जथेदार साहिबान नूं ओ अता फरमा, ओ ताकत दे, ओ समत दे, ताकि वो जिहड़े हुक्मनामे जारी करते हैं वो तेरे आदेश, तेरे उद्देश, तेरे ही उन्हां नियमां दे मुताबक करन। ऐसा ना होए कि असी मुड़ किसी दुविधा दे विच पईए। गुरु अंग संग होएगा जेकर असी साडी नीयत ठीक होएगी,
ਪਰ ਇਹ ਗੁਰੂ ਪੰਥ ਔਰ ਗੁਰੂ ਗ੍ਰੰਥ ਦੇ ਸੰਕਲਪ ਨੂੰ ਇਹ ਸ਼ਮੂਲੀਅਤ ਕਰਦਾ ਹੋਇਆ, ਉਸ ਪਰੰਪਰਾ ਨੂੰ ਅਖੀਰ ਤੱਕ ਪਹੁੰਚਾਉਂਦਾ ਹੋਇਆ, ਇਹ ਜਿਹੜੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਰੰਪਰਾ ਹੈ, ਇਹ ਇੱਕ ਵਿਲੱਖਣ ਪਰੰਪਰਾ ਹੈ ਔਰ ਜਿਸ ਦੇ ਉੱਤੇ ਸਾਰੀ ਕੌਮ ਖੜੀ ਹੈ। ਇਸ ਨੂੰ ਅਗਰ ਕਹਿ ਲਿਆ ਜਾਏ, ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਕਿ ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਇਹ ਦੋ ਪੈਰਾਮੀਟਰਸ ਹਨ ਜਿਨ੍ਹਾਂ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਵਿਚਰਨਾ ਹੈ, ਜਿਸ ਦੇ ਵਿੱਚ ਅਸੀਂ ਆਪਣਾ ਜੀਵਨ ਯਾਪਨ ਕਰਨਾ ਹੈ। ਸੋ ਇਹ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਅਸੀਂ ਅਕਾਲ ਤਖਤ ਸਾਹਿਬ, ਹੁਕਮਨਾਮੇ ਔਰ ਉਸ ਦੀ ਪਰੰਪਰਾ, ਉਹਦੇ ਉਦੇਸ਼ਾਂ ਬਾਰੇ ਆਪ ਨਾਲ ਵਿਚਾਰ ਸਾਂਝੇ ਕੀਤੇ ਹਨ। ਅਸੀਂ ਕੁਝ ਕਾਲਸ ਆਪ ਦੀਆਂ ਲੈ ਕੇ ਆਪਣੀ ਗੱਲ ਨੂੰ ਅੱਗੇ ਤੋਰਾਂਗੇ। ਹੈਲੋ 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 ਸਾਡੀ ਇੱਕ ਬੇਨਤੀ ਹੋਰ ਹੋਏਗੀ, ਜਦੋਂ ਵੀ ਤੁਸੀਂ ਕਾਲਸ ਦੇ ਉੱਤੇ ਆਓ ਆਪਣੇ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ, ਨਹੀਂ ਤਾਂ ਤੁਹਾਡੀ ਆਵਾਜ਼ ਨਹੀਂ ਸੁਣਾਈ ਦਿੰਦੀ। ਹੈਲੋ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬੇਨਤੀ ਹੈ ਕਿ ਆਪ ਕੌਣ ਸਾਹਿਬ ਬੋਲ ਰਹੇ ਜੀ? ਵੀਰ ਜੀ ਮੈਂ ਜਸਵੰਤ ਸਿੰਘ ਬੋਲ ਰਿਹਾ। ਕਿੱਥੋਂ ਜੀ? ਫਿਲਾਡੈਲਫੀਆ ਤੋਂ। ਹਾਂਜੀ ਹਾਂਜੀ ਵੀਰ ਜੀ। ਵੀਰ ਜੀ ਜਦੋਂ ਸਿੱਖ ਰਹਿਤ ਮਰਿਆਦਾ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੋਈ ਹੈ, ਹਾਂਜੀ, ਉਸ ਵੇਲੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਹੋਏ ਸੀ? ਸ੍ਰੀ ਅਕਾਲ ਤਖਤ ਸਾਹਿਬ ਦੇ ਅੰਡਰ ਹੀ ਉਹ ਬਣਾਈ ਗਈ ਸੀ। ਜਿਹੜੀ ਰੋਹ ਰੀਤ ਕਮੇਟੀ ਬਣਾਈ ਸੀ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਹੀ, ਜਿੱਥੇ ਤੱਕ ਮੇਰੀ ਯਾਦਾਸ਼ਤ ਹੈ, ਉਹਦੇ ਜਿਹੜੀਆਂ ਇਕੱਤਰਤਾਵਾਂ ਅਕਾਲ ਤਖਤ ਸਾਹਿਬ ਤੇ ਹੀ ਹੋਈਆਂ ਸੀ। ਜੀ ਵੀਰ ਜੀ, ਬਹੁਤ ਵਧੀਆ ਵੀਰ ਜੀ। ਫਿਰ ਤੇ ਸਾਨੂੰ ਮਤਲਬ ਇੱਕ ਕਿਸਮ ਨਾਲ ਸਭ ਪੂਰੇ ਪੰਥ ਨੂੰ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨਾਲ ਤੇ ਇਸ ਪੰਥ ਪ੍ਰਵਾਨਿਤ ਮਰਿਆਦਾ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਬਿਲਕੁਲ ਬਿਲਕੁਲ, ਇਹ ਪੈਰਾਮੀਟਰ ਹੈ। ਔਰ ਇੱਕ ਗੱਲ ਹੋਰ ਮੈਂ ਆਪ ਨਾਲ ਸਾਂਝੀ ਕਰਨੀ ਚਾਹਾਂਗਾ। ਹਾਂਜੀ ਵੀਰ ਜੀ। ਕਿਉਂਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਕਿਸੇ ਧੜੇ ਦਾ, ਕਿਸੇ ਗਰੁੱਪ ਦਾ ਨਹੀਂ ਹੈ। ਜੀ ਜੀ। ਕੋਈ ਵੀ ਟਕਸਾਲ, ਕੋਈ ਵੀ ਜਥਾ, ਕੋਈ ਵੀ ਕਿਸੇ ਕਿਸਮ ਦੀ ਕੋਈ ਡੇਰਾ, ਇਹ ਪੰਥ ਦੇ ਅੰਗ ਹੋ ਸਕਦੇ ਹਨ, ਪੰਥ ਨਹੀਂ ਹੋ ਸਕਦੇ। ਪਿੱਛੇ ਜਿਹੇ ਸੰਤ ਸਮਾਜ ਨੇ ਆਪਣੀ ਰਹਿਤ ਮਰਿਆਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਦੋਂ ਉਹਦਾ ਵਿਰੋਧ ਹੋਇਆ ਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਐਲਾਨ ਕੀਤਾ ਕਿ ਇਹ ਮਰਿਆਦਾ ਨਹੀਂ ਹੈ, ਇਹ ਖਰੜਾ ਹੈ, ਔਰ ਉਹਨਾਂ ਨੇ ਕਹਿ ਦਿੱਤਾ ਕਿ ਇਹ ਹੁਣ ਬਿਲਕੁਲ ਤਰਕ ਕਰ ਦਿੱਤਾ ਗਿਆ ਹੈ, ਹੁਣ ਇਸ ਦੀ ਕੋਈ ਵੈਲਿਊ ਨਹੀਂ ਹੈ। ਇਹ ਬੜੀ ਵੱਡੀ ਗੱਲ ਹੈ। ਅਗਰ ਹੋਲੇ ਹੋਲੇ ਜਿਵੇਂ ਨਿੱਜੀ ਤੌਰ ਦੇ ਉੱਤੇ ਪੰਥ ਦੇ ਅੰਗ ਬਣ ਕੇ ਰਹਿਣ, ਵੱਖ-ਵੱਖ ਸੰਪਰਦਾਵਾਂ ਸਨ, ਨਿਰਮਲੇ ਸਨ, ਨਾਮਧਾਰੀ ਸਨ, ਹੋਰ ਕਈ ਸਨ, ਪਰ ਜੇਕਰ ਅਖੀਰ ਦੇ ਵਿੱਚ ਉਹ ਆ ਕੇ ਪੰਥ ਦਾ ਅੰਗ ਬਣਦੇ ਹਨ, ਉਹਨਾਂ ਦਾ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਔਰ ਖੰਡੇ ਬਾਟੇ ਦਾ ਅੰਮ੍ਰਿਤ ਹੈ, ਤਾਂ ਉਹ ਸਾਰੇ ਹੀ ਸਤਿਕਾਰ ਦੇ ਪਾਤਰ ਹਨ ਔਰ ਉਹ ਪੰਥ ਨੂੰ ਉਹਨਾਂ ਦਾ ਯੋਗ ਸਤਿਕਾਰ ਵੀ ਦੇਣਾ ਬਣਦਾ ਹੈ। ਵੀਰ ਜੀ ਬਹੁਤ ਸੋਹਣਾ ਆਪ ਜੀ ਨੇ ਵਚਨ ਕੀਤਾ ਹੈ ਕਿ ਜੇ ਇਸੇ ਤਰ੍ਹਾਂ ਅਸੀਂ ਸਾਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਇਸ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ, ਉਸ ਪ੍ਰਵਾਨਿਤ ਮਰਿਆਦਾ ਨਾਲ ਜੁੜ ਜਾਈਏ ਤੇ ਵੀਰ ਜੀ ਸਾਡੇ ਬਹੁਤ ਸਾਰੇ ਮਸਲੇ ਜਿਹੜੇ ਨੇ ਇੱਕ ਹੱਲ ਹੋਣਗੇ ਤੇ ਅਸੀਂ ਬੜੇ ਕਲੋਜ਼ ਹੋ ਜਾਾਂਗੇ ਇੱਕ ਦੂਜੇ ਦੇ ਵਿੱਚ। ਬਿਲਕੁਲ। ਔਰ ਜੇ ਨਹੀਂ ਜੁੜਾਂਗੇ, ਉਹਦਾ ਬੜਾ ਸਿੱਧਾ ਜਿਹਾ ਹੈ, ਪੇੜ ਮੰਡਾਹੂ ਕੱਟੀਏ ਤਿਸ ਡਾਲ ਸੁਕੰਦੇ। ਜਿਹੜੀ ਡਾਲ ਕੱਟੀ ਜਾਏਗੀ ਉਹ ਸੁੱਕ ਜਾਏਗੀ, ਸੜ ਜਾਏਗੀ, ਖਤਮ ਹੋ ਜਾਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਵੀਰ ਜੀ, ਬੜੀ ਕਿਰਪਾ। ਹੈਲੋ 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 ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਵੀਰ ਜੀ? ਮੈਂ ਸੁਰਜੀਤ ਸਿੰਘ ਟੈਕਸ ਬੋਲ ਰਿਹਾ। ਹਾਂਜੀ, ਇੱਕ ਤੁਹਾਡੇ ਕੋਲ ਬੇਨਤੀ ਸੀਗੀ। ਹੁਕਮ ਕਰੋ ਤੁਸੀਂ। ਕਿ ਆਪਣੇ ਅਕਾਲ ਤਖਤ ਦੇ ਜਿਹੜਾ ਸਾਡਾ 4 ਤਖਤਾਂ ਦੇ ਉੱਪਰ 5ਵਾਂ ਤਖਤ ਹੈ ਜੀ, ਇਹ ਹੁਕਮਨਾਮੇ ਉੱਥੋਂ ਹੀ ਜਾਰੀ ਹੁੰਦੇ ਜਾਂ ਦੂਸਰੇ ਜਿਹੜੇ 4 ਤਖਤ ਉੱਥੋਂ ਵੀ ਹੋ ਸਕਦੇ ਆ? ਬਹੁਤ ਆਪ ਦਾ ਅਹਿਮ ਨੁਕਤਾ ਹੈ। ਸਾਰੇ ਤਖਤ ਸਾਹਿਬਾਨ ਤੋਂ ਤੁਸੀਂ ਮੇਰਾ ਕੁਐਸਚਨ ਸੁਣ ਲਓ, ਇੱਕ ਹੋਰ ਛੋਟਾ ਜਿਹਾ। ਹਾਂਜੀ, ਫਿਰ ਸੰਗਤ ਨੂੰ ਜਵਾਬ ਦੇ ਦੇਣਾ। ਅੱਛਾ, ਇਹ ਅਕਾਲ ਤਖਤ ਦਾ ਹੁਕਮਨਾਮਾ ਬਾਕੀ 4 ਤਖਤਾਂ ਉੱਤੇ ਲਾਗੂ ਹੋਣਾ ਚਾਹੀਦਾ ਹੈ ਜਾਂ ਉਹ ਉਸਨੂੰ ਲਾਗੂ ਕਰਨ 'ਚ ਕੋਈ ਹਿਚਕਚਾਹਟ ਹੈ, ਜਾਂ ਉਹ ਅਕਾਲ ਤਖਤ ਦਾ ਜਥੇਦਾਰ ਕੋਈ
ਅਣਗਹਿਲੀ ਕਰੇ ਤੇ ਬਾਕੀ ਦੇ ਚਾਰੇ ਤਖਤ ਉਹਨੂੰ ਵੀ ਹੁਕਮਨਾਮਾ ਜਾਰੀ ਕਰ ਸਕਦੇ ਨੇ? ਮੈਂ ਬੇਨਤੀ ਤੁਹਾਨੂੰ ਬੜੀ ਸਪਸ਼ਟ ਕਰਾਂ ਕਿ ਇੱਕ ਗੱਲ ਸਮਝਣੀ ਚਾਹੀਦੀ ਹੈ, ਧਾਰਮਿਕ ਤੌਰ ਦੇ ਉੱਤੇ ਜਿਹੜੇ ਵੀ ਆਦੇਸ਼ ਔਰ ਹੁਕਮਨਾਮੇ ਹਨ, ਇਹਨਾਂ ਦੀ ਹਾਲਤ ਕੁਝ ਇਸੇ ਤਰ੍ਹਾਂ ਦੀ ਹੈ ਜਿਵੇਂ UNO ਦੀ ਹੁੰਦੀ ਹੈ। ਉਹ ਕੋਈ ਰੈਜ਼ੋਲੂਸ਼ਨ ਤਾਂ ਪਾਸ ਕਰ ਸਕਦਾ ਹੈ, ਪਰ ਆਪਰੇਟਿਵ ਪਾਵਰ ਨਾ ਹੋਣ ਕਰਕੇ ਉਹਨੂੰ ਲਾਗੂ ਨਹੀਂ ਕਰਵਾ ਸਕਦਾ। ਇਹ ਜਿਹੜੇ ਧਾਰਮਿਕ ਮਸਲੇ ਹੁੰਦੇ ਹਨ, ਇਹ ਆਦੇਸ਼ ਆਤਮਿਕ ਅਵਸਥਾ ਹੈ ਜਿਨ੍ਹਾਂ ਨੇ ਲਾਗੂ ਕਰਨਾ ਹੈ। ਦੂਸਰੀ ਗੱਲ ਰਹਿ ਗਈ 5 ਤਖਤਾਂ ਤੋਂ ਹੁਕਮਨਾਮੇ ਜਾਰੀ ਹੋਣ ਦੀ, ਸ੍ਰੀ ਪਟਨਾ ਸਾਹਿਬ ਤੋਂ, ਕੇਸਗੜ੍ਹ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਣ ਦੀ ਉਹ ਸਾਰੇ ਡਾਕੂਮੈਂਟ ਮੌਜੂਦ ਹਨ। ਜਦੋਂ ਭਾਈ ਕਾਹਨ ਸਿੰਘ ਜੀ ਨੂੰ ਵੀ ਉਹਨਾਂ ਦੀ ਪੁਸਤਕ ਛਪੀ ਸੀ ਹਮ ਹਿੰਦੂ ਨਹੀਂ, ਸਾਰੇ ਤਖਤ ਸਾਹਿਬਾਨ ਨੇ ਆਪਣੀ ਅਧਿਕਾਰ ਔਰ ਮੋਹਰ ਹੇਠ ਜਾਰੀ ਕੀਤੇ। ਜਿੱਥੇ ਤੱਕ ਸਵਾਲ ਹੈ ਕਾਨੂੰਨੀ, ਸ੍ਰੀ ਪਟਨਾ ਸਾਹਿਬ ਦਾ ਸੰਵਿਧਾਨ ਜੋ ਕਿ ਹਿੰਦੂ ਰਿਲੀਜੀਅਸ ਇੰਡੋਮੈਂਟ ਐਕਟ ਦੇ ਅੰਡਰ ਹੈ, ਉਹਦੇ ਵਿੱਚ ਕਲੀਅਰ ਲਿਖਿਆ ਹੈ ਧਾਰਾ 78 ਦੇ ਵਿੱਚ ਕਿ ਧਾਰਮਿਕ ਮਾਮਲਿਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੋਏਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਦੁਬਿਧਾ ਨਹੀਂ। ਧਾਰਮਿਕ ਤੌਰ ਦੇ ਉੱਤੇ ਭਾਵੇਂ ਉਹ ਹਜ਼ੂਰ ਸਾਹਿਬ ਹੈ, ਭਾਵੇਂ ਉਹ ਪਟਨਾ ਸਾਹਿਬ ਹੈ, ਜਿਹੜੇ 2 ਤਖਤ ਸਾਹਿਬਾਨ ਬਾਹਰ ਹਨ, ਉਹ ਸਾਰੇ ਦੇ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹਨ। ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਔਰ ਹੁਕਮਨਾਮਾ ਇਹ ਸਮਾਬੱਧ ਨਹੀਂ ਹੈ, ਸੀਮਾਬੱਧ ਨਹੀਂ ਹੈ। ਇਹ ਅਸੀਂ ਸ਼ੁਰੂ 'ਚ ਬੇਨਤੀ ਕੀਤੀ ਸੀ, ਇਹ ਸਾਰੇ ਤਖਤਾਂ ਦੇ ਉੱਤੇ ਲਾਗੂ ਹੈ। ਪਰ ਲੋਕਲ ਪਰੰਪਰਾਵਾਂ ਦੇ ਮੁਤਾਬਕ ਅਗਰ ਉਹਨਾਂ ਨੇ ਉਹਨੂੰ ਕਿੱਦਾਂ ਲਾਗੂ ਕਰਨਾ ਹੈ, ਕਿਸ ਢੰਗ ਨਾਲ ਲਾਗੂ ਹੋਣਾ ਹੈ, ਉਸ ਦੇ ਵਿੱਚ ਕਈ ਵਾਰ ਅੜਚਣਾਂ ਆਉਂਦੀਆਂ ਹਨ। ਪਰ ਕੋਈ ਦੂਸਰੇ ਤਖਤ ਮਿਲ ਕੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਹੁਕਮਨਾਮਾ ਨਹੀਂ ਜਾਰੀ ਕਰ ਸਕਦੇ। ਬਹੁਤ ਬਹੁਤ ਧੰਨਵਾਦ। ਹੈਲੋ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੈਲੀਫੋਰਨੀਆ ਜੌਬ ਦੀ ਸੇਵਾ ਤੋਂ ਹਾਜ਼ਰ ਹਾਂ ਜੀ, ਬਚਿੱਤਰ ਸਿੰਘ। ਹਾਂਜੀ ਬਚਿੱਤਰ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ ਭਾਈ ਸਾਹਿਬ ਜੀ, ਆਪਨੇ ਬੜੀ ਸ਼ਿੱਦਤ ਨਾਲ ਤੇ ਜ਼ੋਰ ਦੇ ਕੇ ਇਹ ਬੜਾ ਪੇਚੀਦਾ ਨੁਕਤਾ ਜਿਹਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖ ਦਾ ਆਤਮਿਕ ਤੌਰ ਤੇ ਜਿੱਥੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਪ੍ਰਵਾਨ ਨੇ, ਉੱਥੇ ਹੀ ਉਹਨੂੰ ਇਸ ਮੇਰੀ ਤੇ ਪੀਰੀ ਦੇ ਦੋਨਾਂ ਸਿਧਾਂਤਾਂ ਨੂੰ ਮੰਨ ਕੇ ਤੇ ਜਦੋਂ ਵੀ ਕੋਈ ਉੱਥੋਂ ਹੁਕਮਨਾਮਾ ਆਉਂਦਾ ਹੈ ਉਹਨੂੰ ਮੰਨਣਾ ਉਹਦੇ ਵਾਸਤੇ ਉਹ ਸਿਰਮੌਰ ਉਹਦਾ ਜੀ ਬਣਦਾ ਹੈ ਜੀ। ਮੈਂ ਹੁਣ ਤੱਕ ਜਿਹੜੇ ਤੁਸੀਂ ਪ੍ਰੈਸੀਡੈਂਸ ਦਿੱਤੇ ਨੇਗੇ ਉਹਨਾਂ ਤੱਕ ਤੇ ਇਹ ਗੱਲ ਠੀਕ ਆ ਵੀ ਇਹ ਇਵੇਂ ਹੀ ਹੁੰਦਾ ਰਿਹਾ ਜੀ। ਪਰ ਜਿਹੜਾ ਜਥੇਦਾਰ ਅਕਾਲ ਤਖਤ ਹੈ, ਜਿਹੜੀ ਉਦੋਂ ਕਈ ਵਾਰ ਹਾਸੋਹੀਣੀ ਪਿੱਛੇ ਥੋੜੇ ਜਿਹੇ ਸਮਾਂ ਵਿੱਚ ਹੋਈ ਆ ਵੀ ਜੇ ਉਹਨੇ ਕੋਈ ਫੈਸਲਾ ਕਰਨ ਲੱਗਾ, ਮਿਸਾਲ ਦੇ ਤੌਰ ਤੇ 300 ਸਾਲਾਂ 'ਚ ਹੋਇਆ ਸੀਗਾ, ਭਾਈ ਰਣਜੀਤ ਸਿੰਘ ਨੂੰ 1 ਮਿੰਟ 'ਚ ਹਟਾ ਦਿੱਤਾ ਗਿਆ, ਪੂਰਨ ਸਿੰਘ ਨੂੰ ਹਟਾ ਦਿੱਤਾ ਗਿਆ, ਉਸ ਤੋਂ ਬਾਅਦ ਜੋਗਿੰਦਰ ਸਿੰਘ ਵੇਦਾਂਤੀ ਨੂੰ ਹਟਾ ਦਿੱਤਾ ਗਿਆ। ਇਹਨਾਂ ਦੇ ਬਣਾਉਣ ਦਾ, ਜਥੇਦਾਰਾਂ ਨੂੰ ਤਖਤ ਤੇ ਲਿਆਉਣ ਦਾ ਤੇ ਇਹਨਾਂ ਨੂੰ ਹਟਾਉਣ ਦਾ ਜਿਹੜਾ ਹੈ ਸਿਲਸਿਲਾ ਹੈ, ਜਦੋਂ ਉਹ ਸ਼ੱਕੀ ਹੋ ਜਾਂਦਾ ਹੈ ਸਿੱਖ ਦੀ ਆਪਣੇ ਆਪ ਹੀ ਸ਼ਰਧਾ ਜਿਹੜੀ ਉਹ ਬਹੁਤ ਘਟ ਜਾਂਦੀ ਹੈ। ਇਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਨੇ? ਮੈਂ ਬਹੁਤ ਸਪਸ਼ਟ ਇਹਦੇ ਤੇ ਹਾਂ, ਮੈਨੂੰ ਕੋਈ ਇਹਦੇ 'ਚ ਦੁਬਿਧਾ ਨਹੀਂ ਹੈ। ਇੱਕ ਪ੍ਰੇਮ ਚੰਦ ਦੀ ਕਹਾਣੀ ਸੀ, ਉਸ ਦੇ ਵਿੱਚ ਉਸਨੇ ਹੀ ਦੱਸਿਆ ਸੀ ਕਿ ਕਿਸੇ ਬੰਦੇ ਦੇ ਉੱਤੇ ਕੋਈ ਮੁਕੱਦਮਾ ਹੋ ਗਿਆ ਤੇ ਉਹਦਾ ਦੋਸਤ ਸਰਪੰਚ ਸੀ। ਉਹਨੇ ਸੋਚਿਆ ਕਿ ਜਦੋਂ ਇਹ ਮੇਰਾ ਦੋਸਤ ਹੈ ਤਾਂ ਕੀ ਕਰ ਲਏਗਾ, ਅਮੀਰ ਆਦਮੀ ਸੀ, ਉਹਨੇ ਕਿਹਾ ਇਹ ਸਰਪੰਚ ਹੈ। ਦੂਸਰੇ ਪਾਸੇ ਗਰੀਬ ਬੰਦਾ ਸੀ, ਪਰ ਉਹ ਜਦੋਂ ਮੁਕੱਦਮਾ ਪੇਸ਼ ਹੋਇਆ, ਉਹਦੀ ਸ਼ਾਇਦ ਕਹਾਣੀ ਦਾ ਨਾਂ ਪੰਚ ਪਰਮੇਸ਼ਵਰ ਸੀ, ਤਾਂ ਉਹ ਉਸ ਸਰਪੰਚ ਨੇ ਉਸ ਕੁਰਸੀ ਦੇ ਉੱਤੇ ਬਹਿ ਕੇ ਇਨਸਾਫ ਕੀਤਾ। ਜਿੱਥੇ ਤੱਕ ਤੇ ਇਹਦੇ ਆਪ ਦੇ ਸਵਾਲ ਦੇ 2 ਨੁਕਤੇ ਹਨ। ਇੱਕ ਤੇ ਹੈ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਔਰ ਉਹਨਾਂ ਦੀ ਬਰਖਾਸਤਗੀ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਵੇਂ ਹਰ ਤਬਕੇ, ਹਰ ਫੀਲਡ ਦਾ ਜਿਸ ਤਰੀਕੇ ਦੇ ਨਾਲ ਉਹਦੇ 'ਚ ਹਰਾਸ ਹੋਇਆ ਹੈ, ਜਿਸ ਤਰੀਕੇ ਦੇ ਨਾਲ ਉਸ ਦੀ ਸਾਡੇ 'ਚ ਕਮਜ਼ੋਰੀਆਂ ਆਈਆਂ ਹਨ, ਇਹ ਵੀ ਇੱਕ ਨੁਕਤਾ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਿਯਮ ਬਣਾਉਣੇ ਔਰ ਉਹਨਾਂ ਨੂੰ ਨਿਯੁਕਤੀ ਦਾ ਔਰ ਉਹਨਾਂ ਦੀ ਇੰਪੀਚਮੈਂਟ ਦਾ। ਹਾਲਾਂਕਿ ਇਹ ਸਹੀ ਹੈ ਕਿ ਸਰਕਾਰ ਹੀ ਸੁਪਰੀਮ ਕੋਰਟ ਦੇ ਜੱਜ ਜਾਂ ਹਾਈ ਕੋਰਟ ਦੇ ਜੱਜ ਅਪਾਇੰਟ ਕਰਦੀ ਹੈ, ਪਰ ਉਹਨਾਂ ਨੂੰ ਹਟਾਉਣ ਦਾ ਉਹਨਾਂ ਦਾ ਅਧਿਕਾਰ ਨਹੀਂ ਹੁੰਦਾ। ਪਰ ਸਾਡੇ ਵਿੱਚ ਸ਼ਾਇਦ ਲੱਗਦਾ ਹੈ ਅਜੇ ਮੈਚਿਓਰਿਟੀ ਦੀ ਕਮੀ ਹੈ, ਜਾਂ ਸਾਨੂੰ ਇਸ ਦੀ ਅਜੇ ਬਹੁਤੀ ਲੋੜ ਨਹੀਂ ਮਹਿਸੂਸ ਹੋਈ ਕਿ ਕਦੀ ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਇਸ ਨੂੰ ਨਹੀਂ ਲਿਆ। ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਹਟਾਇਆ ਗਿਆ ਸੀ ਔਰ ਜਿਸ ਤਰੀਕੇ ਦੇ ਨਾਲ ਹਟਾਇਆ ਗਿਆ ਸੀ, ਉਹ ਕਾਰਵਾਈ ਖਤਮ ਹੋ ਚੁੱਕੀ। ਦੁਬਾਰਾ ਜਿਸ ਵੇਲੇ ਰੈਸਟ ਹਾਊਸ ਦੇ ਵਿੱਚ ਜਾ ਕੇ ਦੁਬਾਰਾ ਫਿਰ ਕਾਰਵਾਈ ਕਰਕੇ ਉਹ ਬੜੇ ਹਾਸੋਹੀਣੇ ਜਿਹੇ ਢੰਗ ਦੇ ਨਾਲ ਜਦੋਂ ਕੀਤਾ ਗਿਆ, ਭਾਈ ਮੋਹਨ ਸਿੰਘ ਜੀ ਨੂੰ ਬਣਾਇਆ, ਉਹਨਾਂ ਨੇ ਇਨਕਾਰ ਕਰ ਦਿੱਤਾ, ਫਿਰ ਗਿਆਨੀ ਪੂਰਨ ਸਿੰਘ ਜੀ ਨੂੰ ਬਣਾਇਆ, ਪਰ ਉਹ ਸਾਰੇ ਦੇ ਸਾਰੇ ਨੇ ਕੋਈ ਅੱਛਾ ਪ੍ਰਭਾਵ ਨਹੀਂ ਦਿੱਤਾ।
ਪਰ ਉਸ ਦੇ ਬਾਅਦ ਜਦੋਂ ਜਥੇਦਾਰ ਜੋਗਿੰਦਰ ਸਿੰਘ ਜੀ ਨੂੰ ਬਣਾਇਆ ਗਿਆ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਿਯਮ, ਉਹਨਾਂ ਦੀ ਨਿਯਮਾਵਲੀ, ਉਹਨਾਂ ਦੇ ਕਾਨੂੰਨ ਔਰ ਉਹ ਉਹਨਾਂ ਦੀਆਂ ਸ਼ਰਤਾਂ ਤੈਅ ਕੀਤੀਆਂ ਜਾਣਗੀਆਂ। ਪਰ ਕਈ ਸਾਲ ਰਹਿ ਗਏ ਤੇ ਉਹਨਾਂ ਨੇ ਵੀ ਉਸ ਦੇ ਲਈ ਕੋਈ ਉਪਰਾਲਾ ਨਾ ਕੀਤਾ। ਸੋ ਇਸ ਦੇ ਲਈ ਮੈਂ ਬਿਲਕੁਲ ਉਸ ਦੇ ਲਈ ਆਪ ਨਾਲ ਸਹਿਮਤ ਹਾਂ ਕਿ ਕੌਮੀ ਤੌਰ ਦੇ ਉੱਤੇ ਜੇ ਅਗਰ ਸਾਡੇ ਵਿੱਚ ਆਵਾਜ਼ ਉੱਠੇਗੀ ਕਿ ਇਹ ਚੀਜ਼ ਦੀ ਬਹੁਤ ਜ਼ਿਆਦਾ, ਪਹਿਲੇ ਨਾਲੋਂ ਜ਼ਿਆਦਾ ਲੋੜ ਹੈ। ਪਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ, ਅਗਰ ਮੈਨੂੰ ਇਜਾਜ਼ਤ ਦਿਓ। ਨਹੀਂ, ਹੁਕਮ ਕਰੋ ਜੀ, ਕਰੋ। ਮੈਂ ਇੱਕ ਦੇਖ ਰਿਹਾ ਹਾਂ, ਆਪ ਦੇ ਜਿੰਨੇ ਕੁ ਵੀ ਮੈਂ ਅੱਜ ਤੱਕ ਹੁਕਮਨਾਮੇ ਦੇਖੇ ਹਨ ਸਾਰੇ ਮੌਜੂਦ ਹਨ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੁਕਮਨਾਮੇ ਦੇ ਉੱਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ ਹੈ। ਨਿੱਜੀ ਤੌਰ ਦੇ ਉੱਤੇ ਜਿਹੜੇ ਮਰਜ਼ੀ ਵਿਚਾਰ ਹੋਣ, ਸਭ ਤੋਂ ਵੱਡੀ ਗੱਲ ਮੈਂ ਇਸ ਕਰਕੇ ਦੱਸੀ ਸੀ, RSS ਦੇ ਅਗੇਂਸਟ ਹੁਕਮਨਾਮੇ ਜਾਰੀ ਹੋ ਜਾਣੇ, ਇਹ ਗੱਲ ਹੋ ਜਾਣੀ, ਇਹ ਵਾਹਿਗੁਰੂ ਦੀ ਅਦ੍ਰਿਸ਼ ਕਲਾ ਵਰਤਦੀ ਹੈ। ਉਸ ਪ੍ਰੇਮ ਚੰਦ ਦੀ ਕਹਾਣੀ ਦੇ ਮੁਤਾਬਕ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਉਸ ਸਥਾਨ ਤੇ ਜਿਹੜਾ ਜਥੇਦਾਰ ਬੈਠਦਾ ਹੈ, ਜਿਹੜੇ ਹੁਕਮਨਾਮੇ ਅੱਜ ਤੱਕ ਜਾਰੀ ਹੋਏ ਹਨ, ਮੈਨੂੰ ਜਾਪਦਾ ਹੈ ਕਿ ਉਹਨਾਂ ਦੇ ਵਿੱਚ ਗੁਰੂ ਦੀ ਅਦ੍ਰਿਸ਼ ਕਲਾ ਵਰਤੀ ਹੈ। ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਮੈਨੂੰ ਨਹੀਂ ਲੱਗਦਾ, ਮੈਂ ਨਿੱਜੀ ਤੌਰ ਦੇ ਉੱਤੇ ਵੀ ਦੇਖੇ ਹਨ, ਕਿ ਉਹਨਾਂ ਤੇ ਕੀਤੀ ਜਾ ਸਕੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਨੋਆ ਸਾਹਿਬ ਦੇ ਵਕਤ ਇਹ ਗੱਲ ਹੋਈ ਸੀਗੀ ਵੀ ਉਹਨਾਂ ਤੇ ਬਹੁਤ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਪੈ ਗਿਆ ਸੀਗਾ ਤੇ ਉਹਨਾਂ ਜਾ ਕੇ ਆਪ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਕਿ ਹੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਮੈਨੂੰ ਐਡੀ ਵੱਡਾ ਤੁਸੀਂ ਰੁਤਬਾ ਬਖਸ਼ਿਆ ਹੈ, ਜਾਂ ਤਾਂ ਇਸ ਫੈਸਲਾ ਮੈਨੂੰ ਇੰਡੀਪੈਂਡੈਂਟਲੀ ਜੋ ਮੇਰੀ ਜ਼ਮੀਰ ਕਹਿੰਦੀ ਉਹ ਕਰਨ ਦਿਓ, ਨਹੀਂ ਤੇ ਫਿਰ ਮੈਨੂੰ ਪ੍ਰਾਣਾਂ ਦੀ ਭੋਰਾ ਜਿੰਨੀ ਲੋੜ ਨਹੀਂ, ਹੁਣੇ ਮੇਰੇ ਪ੍ਰਾਣ ਜਿਹੜੇ ਨੇ ਉਹ ਬਿਲਕੁਲ ਬਿਲਕੁਲ। ਆਖਰ ਉੱਥੇ ਜਿਹੜਾ ਬੰਦਾ ਬੈਠਾ ਉਹਦੀ ਜ਼ਿੰਮੇਵਾਰੀ ਤਾਂ ਹੈ, ਇਹ ਚ ਕੋਈ ਸ਼ੱਕ ਨਹੀਂ। ਪਰ ਮੇਰਾ ਇੱਕ ਦੋ ਸੁਝਾਅ ਨੇ ਆਪ ਜੀ ਨਾਲ, ਆਪ ਬੜੇ, ਆਪ ਮੈਨੂੰ ਨਾ ਦਿਓ, ਤੁਸੀਂ ਪੰਥ ਨੂੰ ਦੇਣੇ ਹੈ। ਤੁਸੀਂ ਇਹ ਸੁਝਾਅ, ਤੁਹਾਡੀ ਆਵਾਜ਼ ਜਿਹੜੀ ਹੈ ਇਸ ਜਸ ਪੰਜਾਬੀ ਰਾਹੀਂ ਔਰ ਹੁਣ ਤਾਂ ਬੜੇ ਜ਼ੋਰ ਦੀ ਸੁਣੀ ਜਾਂਦੀ ਹੈ, ਆਪ ਜ਼ਰੂਰ ਦਿਓ। ਸੁਣੀ ਜਾਏਗੀ, ਸਾਨੂੰ ਪਤਾ ਲੱਗ ਗਿਆ ਜੀ ਸਾਡਾ ਪਲੇਟਫਾਰਮ ਬਣ ਚੁੱਕਾ ਹੈ, ਇਸ ਕਰਕੇ ਅਸੀਂ ਇਸ ਪਲੇਟਫਾਰਮ ਨੂੰ ਮਿਸਯੂਜ਼ ਨਹੀਂ ਕਰਨਾ। ਕਿ ਜਦੋਂ ਸਾਡਾ ਅਕਾਲ ਦਾ ਪਲੇਟਫਾਰਮ ਬਣਿਆ ਹੋਇਆ ਹੈ, ਉਹਦੇ ਲਈ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਜਦੋਂ ਹਾਲਾਂਕਿ ਜਿਨ੍ਹਾਂ ਨੇ ਵੀ ਬਣਾਉਣੇ ਨੇ ਓਥੈਂਟਿਕ, ਜਿਵੇਂ ਕੋਈ ਟਕਸਾਲ ਆ ਜਾਂ ਹੋਰ ਵੀ ਆ, ਨਿਹੰਗ ਸਿੰਘ ਜਥੇਬੰਦੀਆਂ, ਸਾਰਿਆਂ ਨੂੰ ਕਲੈਕਟਿਵਲੀ ਲਿਆਣ ਕੇ ਉਹਦਾ ਇੱਕ ਯੂਨਾਈਟਿਡਲੀ ਸਾਰਿਆਂ ਨੂੰ ਪ੍ਰਵਾਨਿਤ ਪੁਰਸ਼ ਜਿਹੜਾ ਹੈ ਉਹ ਆਪਣੇ ਜੀਵਨ ਵਾਲਾ, ਉਹ ਤੇ ਜਦੋਂ ਅਸੀਂ ਬਣਾਉਂਦੇ ਹਾਂ ਤੇ ਨਾਲ ਦੀ ਨਾਲ ਹੀ ਜਿਵੇਂ ਹੁਣ ਇੱਕ ਸਰਕਾਰ ਹੈ, ਉਹਦੇ ਸੈਕਟਰੀਏਟ ਬਣੇ ਹੋਏ ਨੇਗੇ ਜੀ, ਆ ਪੁਲਿਸ ਦਾ ਮਹਿਕਮਾ ਹੈ ਜੀ, ਆ ਫੌਜ ਦਾ ਮਹਿਕਮਾ ਹੈ ਜੀ, ਆ ਦੂਜਾ ਤੀਜੇ ਜਿੰਨੇ ਵੀ ਮਹਿਕਮੇ ਹਨ, ਉਹਦੇ ਵਿੱਚ ਇਕੱਲੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਸਾਰਾ ਕੁਝ ਨਹੀਂ ਹੋ ਸਕਦਾ। ਉਹਦੇ ਗਾਂ ਯੂਨਿਟ ਬਣੇ ਹੋਣ, ਜਿਸ ਤਰ੍ਹਾਂ ਰਿਟਾਇਰਡ ਜੱਜ ਨੇ, ਹਾਈ ਕੋਰਟ ਦੇ ਨੇ, ਸੁਪਰੀਮ ਕੋਰਟ ਦੇ ਨੇ, ਸਿੱਖ ਨੇ ਔਰ ਸਿੱਖ ਸ਼ਰਧਾ ਵਾਲੇ ਹੋਣ, ਉਹ ਥੱਲੇ ਉਹਨਾਂ ਦੇ ਕੰਮ ਕਰਦੇ ਹੋਣ, ਉਹਨਾਂ ਨੂੰ ਉਹ ਪੇਪਰ ਦੇ ਦੇਣ, ਭਾਈ ਤੁਸੀਂ ਆਹ ਸਾਡਾ ਮਸਲਾ ਹੈ, ਪਹਿਲੋਂ ਤੁਸੀਂ ਸਿੱਖੀ ਸਿਧਾਂਤ ਮੁਤਾਬਕ ਥੱਲੇ ਲੈ ਕੇ ਆਓ, ਚੰਗੀ ਤਰ੍ਹਾਂ ਰਿੜਕ ਕੇ ਐਨ ਉਹਦਾ ਮੱਖਣ ਕੱਢ ਕੇ ਫੇਰ ਲਿਆਓ, ਕਿਉਂਕਿ ਉਹਨਾਂ ਦੀ ਸਿਰਫ ਮੋਹਰ ਹੀ ਲੱਗੇ ਤੇ ਉੱਥੇ ਪੰਜ ਸਿੰਘ ਸਾਹਿਬਾਨ ਜਿਹੜੇ ਮੋਹਰ ਲਾਉਣ। ਪਰ ਜਦੋਂ ਇਹਨਾਂ ਕੋਲ ਹੀ ਆ ਜਾਂਦਾ, ਉਸ ਵੇਲੇ ਫਿਰ ਸਿੱਧਾ ਹੀ ਰਾਜਨੀਤਿਕ ਪ੍ਰੈਸ਼ਰ ਪੈ ਕੇ ਤੇ ਉਹਦੇ ਚ ਨੁਕਸਾਨ ਜ਼ਿਆਦਾ ਸਾਨੂੰ ਨਜ਼ਰ ਆ ਰਿਹਾ ਹੈ। ਤੇ ਜਿਹੜਾ ਅਸੀਂ ਇਸ ਪਰੰਪਰਾ ਨੂੰ ਕਿਤੇ ਗਵਾ ਨਾ ਬਈਏ। ਬਿਲਕੁਲ ਬਿਲਕੁਲ, ਜਿਸ ਦਿਨ ਇਹ ਪਰੰਪਰਾ ਖਤਮ ਹੋ ਗਈ, ਸਾਡੇ ਪੱਲੇ ਕੁਛ ਨਹੀਂ ਰਹਿਣਾ। ਅਸੀਂ ਕੋਸ਼ਿਸ਼ ਕਰੀਏ, ਅਜੇ ਤੱਕ ਤੇ ਹੁਕਮਨਾਮੇ ਜਿੰਨੇ ਵੀ ਜਾਰੀ ਹੋਏ ਹਨ ਉਹ ਬਿਲਕੁਲ ਸਹੀ ਹਨ, ਔਰ ਅਸੀਂ ਅਰਦਾਸ ਕਰੀਏ ਕਿ ਗੁਰੂ ਬਖਸ਼ਿਸ਼ ਕਰੇ। ਪਰ ਇਹਦੇ ਵਿੱਚ ਜਿਹੜੀਆਂ ਕਮੀਆਂ ਹਨ ਉਹ ਦੂਰ ਤਾਂ ਹੋਣਗੀਆਂ ਜੇ ਗੁਰੂ ਪੰਥ ਵੀ ਆਪਣਾ ਫਰਜ਼ ਪੂਰਾ ਕਰੇਗਾ, ਉਹਨੂੰ ਸਮਝੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਗੁਰੂ ਸਰਮਤ ਬਖਸ਼ੇ ਜੀ। ਥੈਂਕ ਯੂ। ਹੈਲੋ ਹੈਲੋ, ਹਾਂਜੀ, ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਮੈਂ ਲਾਂਬਾ ਸਾਹਿਬ ਨਾਲ ਗੱਲ ਕਰ ਸਕਦਾ? ਮੈਂ ਬੋਲ ਰਿਹਾ ਜੀ। ਲਾਂਬਾ ਸਾਹਿਬ ਜੀ, ਬੇਨਤੀ ਏਦਾਂ ਹੈ ਜੀ, ਮੈਂ ਬਹੁਤ ਵਧੀਆ ਵਿਚਾਰ ਸੁਣਿਆ ਸੀ ਗਿਆਨੀ ਜਸਵੰਤ ਸਿੰਘ ਜੀ ਖਰੜ ਵਾਲਿਆਂ ਦਾ ਜੀ ਜੀ। ਤੁਸੀਂ ਦੱਸਿਆ ਵੀ ਜਿਹੜਾ ਸਿੱਖ ਹੈ ਮੇਰਾ ਖਰੜਾ ਹੈ ਉਹ ਪੰਥ ਪ੍ਰਵਾਨਿਤ ਹੈ ਜੀ। ਉਹਨੂੰ ਖਰੜਾ ਨਾ ਕਹੋ, ਉਹ ਖਰੜਾ ਖਤਮ ਹੋ ਗਿਆ ਜਦੋਂ ਮਰਿਆਦਾ ਬਣ ਗਈ। ਖਰੜਾ ਡਰਾਫਟ ਹੁੰਦਾ ਹੈ, ਹੁਣ ਉਹ ਡਰਾਫਟ ਨਹੀਂ ਹੈਗਾ। ਅੱਛਾ, ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਜੀ। ਪਰ ਉਹ ਚ ਇਹ ਵੀ ਲਿਖਿਆ ਹੈ ਸ੍ਰੀ ਗ੍ਰੰਥ ਸਾਹਿਬ ਦੇ ਬਰਾਬਰ ਜੀ ਹੋਰ ਕੋਈ ਵੀ ਗ੍ਰੰਥ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਜੀ ਜੀ, ਠੀਕ ਹੈ ਜੀ ਜੀ। ਪਰ ਕੁਝ ਥਾਵਾਂ ਤੇ ਜਾਂ ਦਮ ਟਕਸਾਲ ਹੈ ਜੀ, ਉੱਤੇ ਕਿਸਮ ਗ੍ਰੰਥ ਪ੍ਰਕਾਸ਼ ਹੈ ਜੀ ਜੀ ਜੀ। ਤੇ ਤੁਸੀਂ ਉਹਨਾਂ ਨੂੰ ਇਹ ਬੇਨਤੀ ਕਰੋ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਜੀ, ਉੱਥੇ ਹੋਰ ਕੋਈ ਪੋਥੀ ਜਾਂ ਕੋਈ ਇਦਾਂ ਚੀਜ਼ ਨਾਲ ਨਹੀਂ ਪ੍ਰਕਾਸ਼ ਹੋਣੀ ਚਾਹੀਦੀ। ਦੇਖੋ ਏਦਾਂ ਹੈਗਾ, ਮੈਂ ਤੁਹਾਡਾ ਸੁਝਾਅ, ਕੋਈ ਉਹਦੇ ਚ ਬਹੁਤੀ ਵਿਆਖਿਆ ਦੀ ਲੋੜ ਨਹੀਂ। ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਸੁਪਰੀਮ ਹੈ, ਹਰ ਸਿੱਖ ਤੇ ਲਾਗੂ ਹੈ, ਹਰ ਡੇਰੇ ਤੇ ਲਾਗੂ ਹੈ, ਹਰ ਜਥੇਬੰਦੀ ਤੇ ਲਾਗੂ ਹੈ। ਉਹਦੇ ਵਿੱਚ ਇੱਕ ਦੇਖਣਾ ਪਏਗਾ, ਮੈਂ ਸਿਰਫ ਇੱਕ ਇਸ਼ਾਰਤਨ ਆਪ ਨੂੰ ਦੱਸਦੇ ਹਾਂ
ਕਿ ਉਹ ਜਿਹੜੀ ਮੱਧ ਹੈ ਉਹ ਹੈਗੀ ਹੈ ਗੁਰਦੁਆਰਿਆਂ ਦੇ ਵਿੱਚ ਜਿਹੜੀ ਚੀਜ਼ ਦੇ ਉਸ ਮੱਧ ਦੇ ਵਿੱਚ ਹੈ। ਕਿਸੇ ਗੁਰਦੁਆਰੇ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਵਾਕਰ ਤੇ ਤੁਲ ਕਿਸੇ ਹੋਰ ਗ੍ਰੰਥ ਦਾ, ਕਿਸੇ ਪੁਸਤਕ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ, ਇਹ ਉਹਦੇ ਵਿੱਚ ਹੈ। ਪਰ ਜਿਹੜੀ ਗੁਰਦੁਆਰਿਆਂ ਦੀ ਉਹ ਗੱਲ ਹੈ, ਜਿਹੜੇ ਤਖਤ ਸਾਹਿਬਾਨ ਹਨ ਉਹ ਗੁਰਦੁਆਰੇ ਨਹੀਂ ਹਨ। ਔਰ ਅੱਗੇ ਵੀ ਇੱਕ ਵਾਰ ਬੇਨਤੀ ਕੀਤੀ ਸੀ ਕਿ ਕਿਸੇ ਵੀ ਤਖਤ ਦੇ ਉੱਤੇ ਗੁਰੂ ਗ੍ਰੰਥ ਮੁੱਖ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਹੈ। ਔਰ ਜਿਹੜੇ ਤਖਤ ਹਜ਼ੂਰ ਸਾਹਿਬ ਦੀ ਮੈਂ ਖੁਦ ਦੱਸ ਸਕਦਾ ਹਾਂ, ਉੱਥੇ ਜਿਹੜਾ ਪ੍ਰਕਾਸ਼ ਵੀ ਹੋਇਆ ਹੈ। ਕਾਫੀ ਗੁਰਦੁਆਰੇ ਹਨ, ਤਕਰੀਬਨ 40 ਦੇ ਕਰੀਬ। ਕਿਸੇ ਗੁਰਦੁਆਰੇ ਦੇ ਵਿੱਚ ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਹੈ, ਪਰ ਕੇਵਲ ਤਖਤ ਸਾਹਿਬ ਦੇ ਉੱਤੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਥਾਨ ਹੋਣ ਕਰਕੇ। ਪਰ ਉਹਦੇ ਵਿੱਚ ਵੀ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਪਾਲਕੀ ਹੈ ਉਹ ਬਹੁਤ ਛੋਟੀ ਹੈ, ਨੀਵੀਂ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵੱਡੀ ਹੈ ਔਰ ਕਾਫੀ ਉਸ ਤੋਂ ਉੱਤੇ ਹੈ। ਇਹ ਦੋਨਾਂ ਨੇ ਨਾ ਤਾਂ ਉਹਨੂੰ ਬਰਾਬਰ ਕੀਤਾ ਹੈ, ਨਾ ਵਾਕਰ ਕੀਤਾ ਹੈ। ਪਰ ਫਿਰ ਵੀ ਜੇਕਰ ਇਹ ਧਾਰਮਿਕ ਮਾਮਲਾ ਹੈ ਔਰ ਸਾਰੇ ਸਿੰਘ ਸਾਹਿਬਾਨ ਮੌਜੂਦਾ ਔਰ ਪੁਰਾਤਨ ਜਿਹੜੇ ਰਹਿ ਚੁੱਕੇ ਹਨ, ਸਾਬਕਾ ਉੱਥੇ ਜਾ ਚੁੱਕੇ ਹਨ, ਨਤਮਸਤਕ ਹੋ ਚੁੱਕੇ ਹਨ, ਮੈਂ ਨਹੀਂ ਕਹਿੰਦਾ ਕਿ ਕਿਸੇ ਚੀਜ਼ ਦੀ ਵਿਚਾਰ ਨਹੀਂ ਹੋ ਸਕਦੀ, ਪਰ ਇਹ ਸਾਰੀ ਚੀਜ਼ ਨੂੰ ਮਿਲ ਬੈਠ ਕੇ ਇਹਦੇ ਉੱਤੇ ਜ਼ਰੂਰ ਵਿਚਾਰ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹਾਂਜੀ, ਕੌਣ ਬੋਲਦੇ? ਗੁਰਚਰਨਜੀਤ ਸਿੰਘ ਲਾਂਬਾ। ਤੁਸੀਂ ਕਿਹਦੇ ਨਾਲ ਗੱਲ ਕਰਨੀ ਹੈ? ਹਾਂਜੀ, ਤੁਸੀਂ ਕਿਹਦੇ ਨਾਲ ਗੱਲ ਕਰਨੀ? ਤੁਹਾਡੇ ਨਾਲ। ਹਾਂ ਬੋਲੋ, ਹੁਕਮ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਡਰਾ ਰਹੇ ਹੋ ਮੈਨੂੰ। ਕਿੱਦਾਂ ਹੈ? ਜਿੱਦਾਂ ਬੋਲੇ ਹੋ ਤਾਂ ਡਰ ਲੱਗ ਗਿਆ। ਹਾਂਜੀ ਦੱਸੋ, ਹੁਕਮ ਕਰੋ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਇਹ ਪਹਿਲਾਂ ਅੱਗੇ ਕੋਈ ਪਿਆਦਾ ਭੇਜਿਆ ਸੀ? ਹਾਂਜੀ, ਛੋਟਾ ਸਾਹਿਬਜ਼ਾਦਾ ਸੀ ਆਪਣਾ ਜੀ। ਹਾਂਜੀ ਹਾਂਜੀ, ਹੁਕਮ ਕਰੋ ਜੀ। ਇਹਨਾਂ ਦਾ ਇੱਕ ਸਵਾਲ ਹੈ ਜੀ, ਆਪਣੇ ਕਹਿੰਦੇ ਛੋਟੇ ਹੁੰਦੇ ਨੇ ਅੰਮ੍ਰਿਤ ਛਕਿਆ ਹੋਇਆ। ਹਾਂਜੀ, ਤਾਂ ਇਹਨਾਂ ਦਾ ਸਵਾਲ ਇਹ ਆ ਵੀ ਕਹਿੰਦੇ ਤੁਸੀਂ ਜਿਹਨਾਂ ਦੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ ਆ ਉਹ ਮੀਟ ਖਾ ਸਕਦੇ ਆ। ਹਾਂਜੀ, ਇਹਦੇ ਬਾਰੇ ਕੋਈ ਚਾਨਣਾ ਪਾ ਸਕਦੇ ਥੋੜਾ ਜਿਹਾ ਜੀ? ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਦਿੱਤੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਅਸੀਂ ਉਸ ਦੇ ਤੇ ਵੱਖਰਾ ਇੱਕ ਕੋਈ ਵਿਸ਼ਾ ਲੈ ਕੇ ਆਵਾਂਗੇ। ਅਸੀਂ ਡਰਦੇ ਤਾਂ ਪਏ ਹਾਂ ਕਿ 4-5 ਕਿਸ਼ਤਾਂ ਚਲਾ ਜਾਏਗਾ। ਸਿੱਖ ਰਹਿਤ ਮਰਿਆਦਾ ਬਹੁਤ ਲੰਬੀ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਆਮ ਤੌਰ ਤੇ ਵਿਆਖਿਆ ਨਹੀਂ ਹੁੰਦੀ ਜਿਵੇਂ ਸੰਵਿਧਾਨ ਵਿੱਚ, ਪਰ ਉਹਦੇ ਵਿੱਚ ਲਿਖਿਆ ਹੈ ਕਿ 4 ਬੱਜਰ ਕੁਰੈਤਾਂ ਦੇ ਵਿੱਚ ਕੁੱਠਾ ਮਾਸ ਖਾਣਾ, ਹਲਾਲ ਮਾਸ ਖਾਣਾ ਵਿਵਰਜਿਤ ਹੈ, ਜਿਹਦੀ ਵਿਆਖਿਆ ਕੀਤੀ ਜਿਹੜਾ ਮੁਸਲਮਾਨੀ ਤਰੀਕੇ ਨਾਲ ਕੱਟਿਆ ਹੋਏ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਵਾਹਿਗੁਰੂ ਜੀ ਫਤਿਹ। ਹਾਂਜੀ, ਕੌਣ ਜੀ? ਭਾਜੀ ਮੈਂ ਹਰਦੀਪ ਬੋਲ ਰਿਹਾ ਮੈਲਜਾਨ ਤੋਂ। ਹਾਂਜੀ ਹਾਂਜੀ ਹਾਂਜੀ, ਮੈਂ ਜੀ ਮੈਲਜਾਨ ਤੋਂ ਬੋਲ। ਹਾਂਜੀ ਹਾਂਜੀ, ਹਰਦੀਪ ਸਿੰਘ ਜੀ, ਜੀ ਆਇਆਂ ਨੂੰ। ਜੀ ਹਾਂ, ਥੈਂਕ ਯੂ ਸੋ ਮਚ। ਤੁਹਾਡੀ ਪਹਿਲੀ ਵਾਰ ਮੇਰੀ ਗੱਲ ਹੋ ਰਹੀ ਹੈ, ਪਰ ਬੜਾ ਹੁੰਦਾ ਸੀ ਤੁਹਾਡੇ ਨਾਲ ਗੱਲ ਕਰਾਂ। ਜਿੱਦਾਂ ਤੁਸੀਂ ਪਹਿਲੇ ਟੀਵੀ ਦੀ ਆਵਾਜ਼ ਬੰਦ ਕਰੋ, ਫਿਰ ਮੇਰੇ ਨਾਲ ਗੱਲ ਕਰ ਲਓ। ਹਾਂਜੀ, ਇੱਕ ਮਿੰਟ ਜੀ, ਇੱਕ ਮਿੰਟ, ਸੌਰੀ ਜੀ। ਹਾਂਜੀ ਲੰਬਾ ਜੀ। ਹਾਂਜੀ ਹਾਂਜੀ, ਜੀ ਆਇਆਂ ਨੂੰ। ਹਾਂਜੀ ਲੰਬਾ ਜੀ, ਕੀ ਹਾਲ ਚਾਲ ਤੁਹਾਡਾ? ਮੇਰਾ ਹਾਲ ਚੰਗਾ ਹੈ ਜੀ, ਪਹਿਲੇ ਵਰਗਾ। ਹਾਂਜੀ, ਤੁਹਾਡੇ ਬੜੇ ਵਧੀਆ ਮੁੱਦੇ ਆ, ਬੜੀ ਸੋਚ ਆ, ਬੜੇ ਵਧੀਆ ਤੁਹਾਡੇ ਜਿੱਦਾਂ ਵਿਚਾਰ ਜਿਹੜੇ ਹੈਗੇ ਆ ਜੀ, ਤਾਂ ਮਨ ਜਿੱਦਾਂ ਖੁਸ਼ ਹੋ ਜਾਂਦਾ। ਕੰਮ ਤੋਂ ਥੱਕ ਥੁੱਕ ਕੇ ਆਈਦਾ 8-9 ਘੰਟੇ, ਪਰ ਲੇਕਿਨ ਏਦਾਂ ਹੋ ਜਾਂਦਾ ਜਿੱਦਾਂ ਪੰਜਾਬ 'ਚ ਬੈਠੇ ਆ ਆਪਣੇ। ਜੀ 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 ਜੀ। ਹਾਂਜੀ, ਥੈਂਕ ਯੂ ਸੋ ਮਚ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਸ ਪੰਜਾਬੀ ਜੇ ਮੇਰੇ ਕਿਸੇ ਵੀਰ ਨੇ ਨਹੀਂ ਲਵਾਇਆ ਨਾ, ਉਹ ਜ਼ਰੂਰ ਲਵਾਵੇ। ਚਲੋ, ਤੁਹਾਡਾ ਸੰਦੇਸ਼ ਬਹੁਤ ਧੰਨਵਾਦ। ਪੰਜਾਬੀ ਨੰਬਰ 1 ਚੈਨਲ। ਠੀਕ ਹੈ ਜੀ, ਅਸੀਂ ਅਖੀਰਲੀ ਕਾਲ ਲੈਣੇ ਆ, ਉਹਦੇ ਬਾਅਦ ਬੰਦ ਕਰਨਾ ਪਏਗਾ। ਹੈਲੋ ਹੈਲੋ, ਹਾਂਜੀ ਹਾਂਜੀ, ਮੈਂ ਫੋਨ ਕੀਤਾ ਸੀਗਾ ਜੀ। ਹਾਂਜੀ, ਹੁਕਮ ਕਰੋ ਵੀਰ ਜੀ, ਤੁਸੀਂ ਲਾਈਨ ਤੇ ਹੋ। ਠੀਕ ਹੈ ਜੀ। ਇੱਧਰ ਵੀ ਆਵਾਜ਼ ਆ ਰਹੀ ਤੁਹਾਡੀ ਜੀ, ਕਿਸੇ ਹੋਰ ਨਾਲ ਗੱਲ ਚੱਲ ਰਹੀ ਹੈ? ਨਹੀਂ, ਕੋਈ ਨਹੀਂ ਚੱਲ ਰਹੀ। ਤੁਸੀਂ ਆਪਣੀ ਆਵਾਜ਼ ਹੈ ਟੀਵੀ ਬੰਦ ਕਰੋਗੇ ਤੇ ਆਵਾਜ਼ ਬੰਦ ਹੋ ਜਾਏਗੀ। ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ। ਹਾਂ, ਟੀਵੀ ਦੀ ਆਵਾਜ਼ ਤਾਂ ਬੰਦ ਮੈਂ ਕਰ ਲਈ ਹੈ, ਪਰ ਉਹ ਕਿਸੇ ਹੋਰ ਦੀ ਚੱਲ ਰਹੀ। ਪਤਾ ਨਹੀਂ, ਫਿਰ ਚਲੋ। ਹਾਂਜੀ, ਹੁਕਮ ਕਰੋ। ਹਾਂ, ਮੈਂ ਤੁਹਾਡੀ 2 ਗੱਲਾਂ ਕਰਨੀਆਂ ਸੀ ਜੀ। ਇੱਕ ਤਾਂ ਤੁਸੀਂ ਹੁਕਮਨਾਮੇ ਦੀ ਗੱਲ ਕੀਤੀ ਹੈ ਜੀ। ਗੁਰੂ ਗ੍ਰੰਥ ਸਾਹਿਬ ਦੀ ਜਿਤਨੀ ਬਾਣੀ ਹੈ, ਕੀ ਉਹ ਸਾਰੀ ਹੁਕਮ ਹੈ? ਬਿਲਕੁਲ। ਪਹਿਲੀ ਜਿਹੜਾ ਦੂਸਰੀ ਪੌੜੀ ਹੈ ਜੀ, ਜਪਜੀ ਸਾਹਿਬ ਦੀ ਜਿਹੜੀ ਦੂਸਰੀ ਪੌੜੀ ਹੈ, ਉਹਦੇ ਵਿੱਚ ਹੁਕਮ ਤੇ ਹੁਕਮੀ ਦੇ ਬਾਰੇ ਗੱਲ ਕੀਤੀ ਗਈ ਹੈ। ਸਾਰੀ ਜੋ ਤੁਸੀਂ ਦੱਸਿਆ ਵੀ ਸਾਰੀ ਬਾਣੀ ਹੁਕਮ ਹੈ, ਉਹਦੇ ਨਾਲ ਮੈਚ ਕਰਦੀ ਹੈ। ਹਾਂਜੀ, ਕੌਣ ਹੁਕਮੀ ਆ, ਕੌਣ ਹੁਕਮ ਕਰਨ ਵਾਲਾ, ਦੂਸਰੀ ਪੌੜੀ ਵਿੱਚ ਸਾਰਾ ਵਿਆਖਿਆ ਕੀਤੀ ਹੈ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਇਹ ਬਿਲਕੁਲ ਸਹੀ ਹੈ ਕਿ ਜਿਸ ਤਰੀਕੇ ਨਾਲ ਅਧਿਆਤਮਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਪੈਮਾਨਾ ਹੈ, ਉਹਦੀ ਰੋਸ਼ਨੀ ਦੇ ਵਿੱਚ ਗੁਰੂ ਸਾਹਿਬ ਵੀ ਜਿਹੜੇ ਹੁਕਮ ਕਰਦੇ ਰਹੇ, ਜਿਹੜੇ ਕਿ ਦੁਨਿਆਵੀ ਤੌਰ ਦੇ ਉੱਤੇ
20 ਹੁਕਮ ਸਨ, ਪਰ ਉਹ ਸਾਰੇ ਉਸ ਰੋਸ਼ਨੀ ਦੇ ਵਿੱਚ ਹੁੰਦੇ ਸੀ। ਉਹਨਾਂ ਨਿਯਮਾਂ ਦੇ ਮੁਤਾਬਕ ਹੀ ਗੁਰੂ ਪੰਥ ਵੱਲੋਂ ਜਿਹੜੇ ਹੁਕਮ ਹਨ ਉਹ ਵੀ ਹੁਕਮਨਾਮੇ ਹਨ, ਉਹ ਵੀ ਉਸੇ ਤਰ੍ਹਾਂ ਹੀ ਹਨ ਐਜ਼ ਇਫ ਜਿਵੇਂ ਇਹ ਖੁਦ ਗੁਰੂ ਸਾਹਿਬ ਨੇ ਖੁਦ ਕੀਤੇ ਹਨ। ਐਂਡ ਬਤੌਰੇ ਸਿੱਖ ਦੇ ਸਾਨੂੰ ਆਪਣੇ ਆਪ ਨੂੰ ਉਸ ਮੋੜ ਤੇ ਲਿਜਾਣਾ ਹੈ, ਉਸੇ ਮੁਕਾਮ ਤੇ ਲਿਜਾਣਾ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸਬੂਰ ਪਰਮ ਪੌਖ ਹੋਵਣਾ। ਮੁਰਦੇ ਦੀ ਤਰ੍ਹਾਂ ਸਾਨੂੰ ਹੋਣਾ ਪੈਣਾ ਹੈ, ਹੁਕਮ ਨੂੰ ਮੰਨਣਾ ਹੈ, ਹੁਕਮ ਰਜਾਈ ਚੱਲਣਾ ਹੈ, ਉਸ ਆਦੇਸ਼ ਨੂੰ ਮੰਨਣਾ ਹੈ, ਤਾਂ ਸਾਡਾ ਲੋਕ ਸੁਖੀ ਪਰਲੋਕ ਸੁਹੇਲੇ ਹੋਏਗਾ। ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਮੰਗਲਵਾਰ ਨੂੰ ਸ਼ਾਮ ਦੇ 8:30 ਵਜੇ ਈਸਟਰਨ ਟਾਈਮ ਫਿਰ ਆਪ ਦੀ ਸੇਵਾ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਸਾਨੂੰ ਜ਼ਰੂਰ ਲਿਖਣਾ ਕਿ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ। ਆਪਣੇ ਵਿਚਾਰਾਂ ਨਾਲ ਸਾਨੂੰ ਨਿਵਾਜਣਾ। ਸਾਡਾ ਈਮੇਲ ਐਡਰੈਸ ਹੈ info@justpunjabi.com ਜਾਂ lamba@justpunjabi.com। ਸਾਨੂੰ ਤੁਹਾਡੇ ਈਮੇਲ ਦਾ ਇੰਤਜ਼ਾਰ ਹੋਏਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।